रेडियो इंडिया KRPA 1110 AM ਨਾਲ ਜੁੜੇ ਸਮੂਹ ਸਰੋਤਿਆਂ ਦਾ ਪ੍ਰੋਗਰਾਮ ਦਾ ਸੰਡੇ ਸ਼ੋਅ ਵਿਦ ਲਵਲੀਨ ਗਿੱਲ ਦੇ ਵਿੱਚ ਹਾਰਦਿਕ ਸਵਾਗਤ ਹੈ। ਮੇਰੇ ਯਾਨੀ ਪ੍ਰੋਗਰਾਮ ਹੋਸਟ ਬਲਦੇਵ ਸਿੰਘ ਭੰਮ ਵੱਲੋਂ ਪਿਆਰ ਤੇ ਸਤਿਕਾਰ ਨਾਲ ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ। ਜੇਕਰ ਤੁਸੀਂ ਸਾਰੀ ਦੁਨੀਆ ਵਿੱਚ ਕਿਤੇ ਵੀ ਬੈਠ ਕੇ ਸਾਨੂੰ ਲਾਈਵ ਸੁਣਨਾ ਚਾਹੁੰਦੇ ਹੋ ਤਾਂ radioindia.ca ਸਾਡੀ ਵੈਬਸਾਈਟ ਹੈ। ਇਸ ਵੈਬਸਾਈਟ ਤੇ ਜਾ ਕੇ ਤੁਸੀਂ ਕਿਸੇ ਵੀ ਵਕਤ ਤੇ ਕਿਤੇ ਵੀ ਬੈਠ ਕੇ ਸਾਡੇ ਨਾਲ ਲਾਈਵ ਜੁੜ ਸਕਦੇ ਹੋ। ਸਾਡਾ ਸਟੂਡੀਓ ਦਾ ਨੰਬਰ ਹੈ 604 592 9191 604 592 9191। ਦਾ ਸੰਡੇ ਸ਼ੋਅ ਦੇ ਨਿਰਧਾਰਤ ਚਾਰ ਪੜਾਵੀ ਪ੍ਰੋਗਰਾਮ ਨੂੰ ਵਿਸਥਾਰ ਦੇਣ ਦੇ ਲਈ ਸਾਡੇ ਨਾਲ ਰੇਡੀਓ ਇੰਡੀਆ ਦੇ ਡਾਇਰੈਕਟਰ ਆਫ ਰਿਸਰਚ ਤੇ ਬੈਰਿਸਟਰ ਲਵਲੀਨ ਸਿੰਘ ਜੀ ਗਿੱਲ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ। ਪਹਿਲਾਂ ਉਹਨਾਂ ਦਾ ਸਵਾਗਤ ਕਰ ਲਈਏ, ਫਿਰ ਅਸੀਂ ਪੜਾਅ ਦਰ ਪੜਾਅ ਅੱਗੇ ਵਧਾਂਗੇ। ਸੋ ਗਿੱਲ ਸਾਹਿਬ, ਤੁਹਾਡਾ ਸਵਾਗਤ ਹੈ ਜੀ ਪ੍ਰੋਗਰਾਮ ਦਾ ਸੰਡੇ ਸ਼ੋਅ ਵਿੱਚ। ਬਹੁਤ ਸ਼ੁਕਰੀਆ ਭੰਮ ਸਾਹਿਬ ਜੀ। ਸੋ ਜਿਸ ਤਰ੍ਹਾਂ ਕਿ ਸਾਡਾ ਇਤਿਹਾਸ ਗਵਾਹ ਹੈ, ਜਿਹੜਾ ਸਾਡਾ ਪਹਿਲਾ ਪੜਾਅ ਹੁੰਦਾ ਜਿਹਦੇ ਵਿੱਚ ਅਸੀਂ ਅਜਿਹੀਆਂ ਸ਼ਖਸੀਅਤਾਂ ਜਾਂ ਘਟਨਾਵਾਂ ਦਾ ਜ਼ਿਕਰ ਅਕਸਰ ਕਰਦੇ ਰਹਿੰਦੇ ਹਾਂ। ਸੋ ਇੱਕ ਗਿੱਲ ਸਾਹਿਬ, ਅੱਜ ਦੇ ਜਿਹੜਾ ਇਤਿਹਾਸ ਗਵਾਹ ਦੇ ਵਿੱਚ ਅਸੀਂ ਜਾਣਨਾ ਚਾਹੁੰਦੇ ਸੀ ਕਿ ਮਾਰਟਿਨ ਬ੍ਰਾਇਨ ਮੁਲਰੋਨੀ, ਜਿਹੜੇ ਕਿ 18ਵੇਂ ਜਿਹੜੇ ਸਾਡੇ ਪ੍ਰਧਾਨ ਮੰਤਰੀ ਰਹੇ ਹੈ ਕੈਨੇਡਾ ਦੇ, ਉਹਨਾਂ ਦੀ ਪਿਛਲੇ ਦਿਨੀ ਮੌਤ ਹੋ ਗਈ। ਔਰ ਜ਼ਰੂਰੀ ਹੈ ਕਿ ਮੈਂ ਵੀ ਜੇ ਹੁਣ ਇਹਨਾਂ ਦਾ ਨਾਮ ਪਹਿਲੀ ਵਾਰੀ ਸੁਣ ਰਿਹਾ ਤਾਂ ਮੈਨੂੰ ਇੱਕ ਉਤਸੁਕਤਾ ਪੈਦਾ ਹੋਈ ਹੈ ਕਿ ਇਹ ਇਹਨਾਂ ਦੀ ਸ਼ਖਸੀਅਤ ਕੀ ਸੀ, ਇਹਨਾਂ ਦਾ ਕਾਰਜਕਾਲ ਕਿਹੋ ਜਿਹਾ ਸੀ ਔਰ ਕੀ ਪ੍ਰਾਪਤੀਆਂ ਸੀ ਇਹਨਾਂ ਦੀਆਂ। ਭੰਮ ਸਾਹਿਬ, ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਬ੍ਰਾਇਨ ਮੁਲਰੋਨੀ ਕੈਨੇਡਾ ਦੇ 18ਵੇਂ ਪ੍ਰਧਾਨ ਮੰਤਰੀ ਸੀ ਜੀ, ਤੇ ਇਹ ਸਿਆਸਤਦਾਨਾਂ ਦੀ ਉਸ ਜਨਰੇਸ਼ਨ ਦੇ ਵਿੱਚੋਂ ਸੀ ਜਦੋਂ ਕਿ ਸਿਆਸਤ ਦੇ ਵਿੱਚ ਜਿਹੜੇ ਬਹੁਤ ਅਖਲਾਕੀ ਕਦਰਾਂ ਕੀਮਤਾਂ ਜਿਹੜੀਆਂ ਉਹ ਹਾਈ ਹੋਇਆ ਕਰਦੀਆਂ ਸੀ ਜੀ, ਤੇ ਇੱਕ ਸਟੇਟਸਮੈਨ ਕਿਸਮ ਦੇ ਸਿਆਸਤਦਾਨ ਹੋਇਆ ਕਰਦੇ ਸੀ ਜਿਹੜੇ ਮੁਲਕ ਦੇ ਇੰਟਰਸਟ ਨੂੰ ਅੱਗੇ ਰੱਖਦੇ ਸੀ ਤੇ ਆਪਣਾ ਸਿਆਸੀ ਜਿਹੜਾ ਨਫਾ ਨੁਕਸਾਨ ਹੈ, ਫੈਸਲਿਆਂ ਨੂੰ ਸਿਆਸੀ ਨਫਾ ਨੁਕਸਾਨ ਦੇ ਤਰਾਜ਼ੂ ਦੇ ਵਿੱਚ ਤੋਲਣ ਤੋਂ ਪਹਿਲਾਂ ਉਹ ਮੁਲਕ ਦਾ ਜਿਹੜਾ ਨਫਾ ਨੁਕਸਾਨ ਹੈ ਉਸ ਨੂੰ ਤਰਜੀਹ ਦਿੰਦੇ ਸੀ, ਅੱਗੇ ਰੱਖਿਆ ਕਰਦੇ ਸੀ। ਸੋ ਬ੍ਰਾਇਨ ਮੁਲਰੋਨੀ ਉਹਨਾਂ ਪੋਲੀਟੀਸ਼ੀਅਨਸ ਦੀ ਇੱਕ ਜਨਰੇਸ਼ਨ ਦੇ ਵਿੱਚੋਂ ਸੀ। ਉਹਨਾਂ ਦੀ ਪਿੱਛੇ ਜੇ ਆਪਣੇ ਫਲੋਰੀਡਾ ਦੇ ਵਿਖੇ ਉਹਨਾਂ ਦੀ ਮੌਤ ਹੋਈ ਹੈ ਤੇ ਉਹਨਾਂ ਦੀ ਜਿਹੜੀ ਬੜੀ ਦੁੱਖ ਸੂਚਨਾ ਜਦ ਸਭ ਨੂੰ ਮਿਲੀ ਤਾਂ ਦੇਸ਼ ਦੇ ਪ੍ਰਧਾਨ ਮੰਤਰੀ, ਲੀਡਰ ਆਫ ਆਪੋਜੀਸ਼ਨ, ਪ੍ਰੀਮੀਅਰਸ, ਜਿਨ੍ਹਾਂ ਨੇ ਕੁਝ ਲੀਡਰਸ ਨੇ ਉਹਨਾਂ ਨਾਲ ਨੇੜਿਓਂ ਕੰਮ ਕੀਤਾ ਹੈ, ਫਾਰਮਰ ਪ੍ਰਾਈਮ ਮਿਨਿਸਟਰਸ, ਸਾਰਿਆਂ ਦਾ ਉਹਨਾਂ ਨੂੰ ਸ਼ਰਧਾਂਜਲੀ ਦੇਣ ਦੇ ਲਈ ਤਾਂਤਾ ਲੱਗ ਗਿਆ। ਉਹਨਾਂ ਨੂੰ ਸ਼ਰਧਾਂਜਲੀ ਜਿਹੜੀ ਹੈ ਉਹ ਵੱਖ-ਵੱਖ ਤਰੀਕੇ ਦੇ ਨਾਲ ਹਰੇਕ ਸਿਆਸੀ ਲੀਡਰ ਨੇ ਦਿੱਤੀ, ਪਰ ਗਲੋਬ ਐਂਡ ਮੇਲ ਅਖਬਾਰ ਨੇ ਜੀ ਇੱਕ ਵਿਲੱਖਣ ਤਰ੍ਹਾਂ ਦੀ ਸ਼ਰਧਾਂਜਲੀ ਦਿੱਤੀ। ਉਹਨਾਂ ਨੇ ਭੰਮ ਸਾਹਿਬ ਬ੍ਰਾਇਨ ਮੁਲਰੋਨੀ ਨੂੰ ਉਹਨਾਂ ਦੀ ਮੌਤ ਦੇ ਦਿਨ ਕੈਨੇਡਾਜ਼ ਮੋਸਟ ਡਿਵੀਸਿਵ ਜਿਹੜਾ ਉਹ ਪ੍ਰਾਈਮ ਮਿਨਿਸਟਰ ਦਾ ਜਿਹੜਾ ਖਿਤਾਬ ਦਿੱਤਾ, ਡਿਵੀਸਿਵ ਪ੍ਰਾਈਮ ਮਿਨਿਸਟਰ ਦਾ ਜੀ, ਤੇ ਬਾਅਦ ਦੇ ਵਿੱਚ ਉਹ ਪੋਸਟ ਡਿਲੀਟ ਕਰ ਦਿੱਤੀ। ਸੋ ਕਈ ਮੀਡੀਆ ਅਦਾਰੇ ਤਾਂ ਅਜਿਹੇ ਹੈ ਜਿਹੜੇ ਕਿਸੇ ਵਿਅਕਤੀ ਦੀ ਜਿਹੜੀ ਮੌਤ ਵਾਲੇ ਦਿਨ ਵੀ ਜਿਹੜਾ ਸ਼ਿਸ਼ਟਾਚਾਰ ਹੈ ਉਹ ਭੁੱਲ ਕੇ ਸਿਰਫ ਆਪਣਾ ਇੱਕ ਸਿਆਸੀ ਏਜੰਡਾ ਜਿਹੜਾ ਆਪਣੇ ਹੁਕਮ, ਜਿਹੜੇ ਉਹਨਾਂ ਦੇ ਪੇ ਮਾਸਟਰਸ ਨੇ, ਜਿਹੜੇ ਉਹਨਾਂ ਦੇ ਸਿਆਸੀ ਆਕਾ ਬਣੇ ਹੋਏ ਨੇ ਪੈਸੇ ਵੰਡ ਕੇ, ਬਿਲਕੁਲ ਉਹਨਾਂ ਦਾ ਜਿਹੜਾ ਏਜੰਡਾ ਹੈ ਉਹ ਚਲਾਉਣ ਲਈ ਜਿਹੜਾ ਇੱਕ ਦਿਨ ਦਾ ਵੀ ਇੰਤਜ਼ਾਰ ਨਹੀਂ ਕਰਦੇ ਕਿਸੇ ਵਿਅਕਤੀ ਦੇ ਜਿਹੜੇ ਫੌਤ ਹੋਣ ਤੋਂ ਬਾਅਦ। ਸੋ ਖੈਰ, हुए नामवर बेनिशां कैसे कैसे, ये जमीन खा गई आसमां कैसे कैसे जी। सो भंम साहब, ਜਿਹੜੀ ਮੌਤ ਹੈ ਇਹ ਇੱਕ ਜ਼ਿੰਦਗੀ ਦਾ ਜਿਹੜਾ ਆਖਰੀ ਸੱਚ ਹੈ, ਪਰ ਜਿਹੜੀ ਲੀਗੇਸੀ ਬੰਦਾ ਪਿੱਛੇ ਛੱਡ ਜਾਂਦਾ ਜੀ ਉਹਦੀ ਚਰਚਾ ਹੁੰਦੀ ਰਹਿੰਦੀ ਹੈ। ਲੋਕ ਬੰਦੇ ਨੂੰ ਜਿਹੜਾ ਹੈ ਉਸਦੇ ਪਾਏ ਹੋਏ ਪੂਰਨਿਆਂ, ਉਸਦੇ ਕੀਤੇ ਹੋਏ ਕੰਮਾਂ ਯਾਦ ਕਰਦੇ ਰਹਿੰਦੇ ਆ ਜੀ। ਬ੍ਰਾਇਨ ਮੁਲਰੋਨੀ ਵੀ ਇੱਕ ਬਹੁਤ ਵੱਡੇ ਅਚੀਵਰ ਸੀ ਜੀ। ਭੰਮ ਸਾਹਿਬ, ਉਹਨਾਂ ਦੇ ਕੀਤੇ ਹੋਏ ਜਿਹੜੇ ਕੰਮ ਹੈ ਪ੍ਰਾਈਮ ਮਿਨਿਸਟਰ ਦੇ ਤੌਰ ਤੇ, ਜੋ ਫੈਸਲੇ ਉਹਨਾਂ ਨੇ ਲਏ, ਉਹ ਅੱਜ ਤੱਕ ਸਾਡੀ ਜ਼ਿੰਦਗੀ ਨੂੰ ਪ੍ਰਭਾਵਿਤ ਕਰ ਰਹੇ ਜੀ। ਸੋ ਮੈਂ ਇਕਨੋਮਿਕ ਫਰੰਟ ਤੋਂ ਹੀ ਜੇ ਅਸੀਂ ਸ਼ੁਰੂਆਤ ਕਰ ਲਈਏ ਜੀ ਤਾਂ ਦੋ ਬਹੁਤ ਵੱਡੇ ਫੈਸਲੇ ਜੀ ਜਿਹੜੇ ਉਹਨਾਂ ਨੇ ਲਏ ਉਹ ਸਨ GST ਲਾਗੂ ਕਰਨਾ ਜੀ ਤੇ ਨਾਰਥ ਅਮਰੀਕਾ ਦਾ ਫ੍ਰੀ ਟ੍ਰੇਡ ਐਗਰੀਮੈਂਟ, ਜਿਸ ਨੂੰ ਅੱਜ ਅਸੀਂ ਨਾਫਟਾ ਕਹਿੰਦੇ ਹਾਂ। ਸੋ US ਦੇ ਨਾਲ ਅਤੇ ਮੈਕਸੀਕੋ ਦੇ ਨਾਲ ਜਿਹੜਾ ਫ੍ਰੀ ਟ੍ਰੇਡ ਐਗਰੀਮੈਂਟ ਹੈ ਉਹ ਬ੍ਰਾਇਨ ਮੁਲਰੋਨੀ ਨੇ ਆਪਣੇ ਕਾਰਜਕਾਲ ਦੌਰਾਨ ਕੀਤਾ। ਉਹ 10 ਸਾਲ ਦੇ ਕਰੀਬ, 9 ਸਾਲ ਦੇ ਕਰੀਬ ਅਰਸਾ
ਉਹ ਪ੍ਰਾਈਮ ਮਿਨਿਸਟਰ ਰਹੇ 84 ਤੋਂ ਲੈ ਕੇ 93 ਤੱਕ। ਸੋ ਇਹ ਦੋ ਵੱਡੇ ਜਿਹੜੇ ਮਹੱਤਵਪੂਰਨ ਫੈਸਲੇ ਹੈ ਉਹਨਾਂ ਨੇ ਲਏ, ਜਿਸ ਦੇ ਕਰਕੇ ਕਿ ਉਹਨਾਂ ਨੂੰ ਸਿਆਸੀ ਇੱਕ ਵੱਡਾ ਵਿਰੋਧ ਵੀ ਝੱਲਣਾ ਪਿਆ ਜੀ। ਉਸ ਵੇਲੇ ਜਿਹੜੀ ਆਪੋਜੀਸ਼ਨ ਪਾਰਟੀ ਸੀ ਲਿਬਰਲ ਪਾਰਟੀ, ਉਹਨਾਂ ਦਾ ਇਹ ਮੰਨਣਾ ਸੀ ਕਿ ਫ੍ਰੀ ਟ੍ਰੇਡ ਐਗਰੀਮੈਂਟ ਹੋਣ ਦੇ ਨਾਲ ਕੈਨੇਡਾ ਦਾ ਨੁਕਸਾਨ ਹੋਵੇਗਾ, ਪਰ ਇਤਿਹਾਸ ਨੇ ਜਿਹੜਾ ਹੈ ਉਹ ਆਪੋਜ਼ਿਟ ਜਿਹੜੀ ਉਸ ਦੀ ਗਵਾਹੀ ਭਰੀ। ਫ੍ਰੀ ਟ੍ਰੇਡ ਐਗਰੀਮੈਂਟ ਦੇ ਨਾਲ ਕੈਨੇਡਾ ਦਾ ਬਹੁਤ ਫਾਇਦਾ ਹੋਇਆ ਜੀ। ਕੈਨੇਡਾ ਇੱਕ ਅਮੀਰ ਮੁਲਕ ਬਣਿਆ, ਰਿਚਰ ਕੰਟਰੀ ਹੋਇਆ ਤੇ GST ਤੁਸੀਂ ਦੇਖ ਲਓ ਵੀ ਇੰਨਾ ਕਾਰੀਗਰ ਟੈਕਸੇਸ਼ਨ ਸਿਸਟਮ ਸੀ ਜੀ ਕਿ ਉਸ ਤੋਂ ਬਾਅਦ ਆਉਣ ਵਾਲੀਆਂ ਸਰਕਾਰਾਂ ਨੇ ਉਸ ਨੂੰ ਰੱਦ ਨਹੀਂ ਕੀਤਾ, ਹਾਲਾਂਕਿ ਆਪੋਜੀਸ਼ਨ ਦੇ ਵਿੱਚ ਉਸ ਦਾ ਵਿਰੋਧ ਕਰਦੇ ਸੀ ਜੀ, ਪਰ ਉਸ ਨੂੰ ਹਰੇਕ ਸਰਕਾਰ ਨੇ ਅਡਾਪਟ ਕੀਤਾ ਹੈ ਤੇ ਵਰਲਡ ਵਾਈਡ ਅਡਾਪਟ ਕੀਤਾ ਹੈ। ਸੋ ਬ੍ਰਾਇਨ ਮਲਰੂਨੀ GST ਲੈ ਕੇ ਆਏ, ਜਿਸ ਦੇ ਤਹਿਤ ਲੋਕਾਂ ਨੇ ਉਹਨਾਂ ਦਾ ਵਿਰੋਧ ਵੀ ਕੀਤਾ, ਸਿਆਸਤ ਦੇ ਵਿੱਚ ਉਹਨਾਂ ਨੂੰ ਵਿਰੋਧ ਵੀ ਝੱਲਣਾ ਪਿਆ, ਪਰ ਉਹਨਾਂ ਨੇ ਆਪਣੀ ਜਿਹੜੀ ਸੋਚ ਸੀ ਕਿ ਜੋ ਮੁਲਕ ਦੇ ਲਈ ਸਹੀ ਹੈ ਜੀ ਉਹ ਕੰਮ ਕਰਨਾ ਹੀ ਕਰਨਾ ਹੈ, ਚਾਹੇ ਕੁਰਸੀ ਰਹੇ ਚਾਹੇ ਨਾ ਰਹੇ, ਵੋਟਾਂ ਪੈਣ ਚਾਹੇ ਨਾ ਪੈਣ। ਸੋ ਇਹ ਜਿਹੜਾ ਐਟੀਟਿਊਡ ਹੈ ਭੰਮ ਸਾਹਿਬ, ਇਹ ਉਹਨਾਂ ਦੇ ਵਿੱਚ ਸੀਗਾ। ਜੋ ਅੱਜ ਕੱਲ੍ਹ ਦੇ ਜਿਹੜੇ ਤੁਸੀਂ ਦੇਖੋ ਵੀ ਸਿਆਸੀ ਲੀਡਰ ਹੈ ਜਾਂ ਜਿਹੜੇ ਅੱਜ ਕੱਲ੍ਹ ਉਹਨਾਂ ਕੁਰਸੀਆਂ ਤੇ ਬੈਠੇ ਹੈ, ਉਹ ਪਹਿਲਾਂ ਇਹ ਦੇਖਦੇ ਆ ਵੀ ਵੋਟਾਂ ਪੈਣਗੀਆਂ ਨਹੀਂ ਪੈਣਗੀਆਂ, ਫਲਾਨਿਆਂ ਦੀਆਂ ਕਿੰਨੀਆਂ ਵੋਟਾਂ ਨੇ, ਜੇ ਮੈਂ ਇਹ ਬਿਆਨ ਦੇ ਦੇਵਾਂ ਤਾਂ ਕਿੰਨੀਆਂ ਵੋਟਾਂ ਪੈਣਗੀਆਂ, ਜੇ UN 'ਚ ਫਲਾਨਾ ਸਟੈਂਡ ਲੈ ਲਵਾਂ ਤਾਂ ਕੀ ਵੋਟਾਂ ਪੈਣਗੀਆਂ, ਔਰ ਅਮਨ ਸ਼ਾਂਤੀ ਵੀ ਦਾਅ ਤੇ ਲਾਤੀ, ਜੇ ਪਾਰਲੀਮੈਂਟ ਦੇ ਵਿੱਚ ਉੱਠ ਕੇ ਕੁਝ ਕਹਿ ਦੇਵਾਂ ਤਾਂ ਕਿੰਨੀਆਂ ਵੋਟਾਂ ਪੈਣਗੀਆਂ, ਕਿੰਨੀਆਂ ਟੁੱਟਣਗੀਆਂ ਜੀ। ਸੋ ਇਸ ਤਰੀਕੇ ਦੇ ਨਾਲ ਭੰਮ ਸਾਹਿਬ ਨਿਮਨ ਸਤਰ ਦੇ ਉੱਤੇ ਉਤਰ ਕੇ ਜਿਹੜੀ ਰਾਜਨੀਤੀ ਹੈ ਉਹ ਹੁਣ ਆ ਗਈ ਹੈ ਜੀ। ਸੋ ਸਾਨੂੰ ਅੱਜ ਯਾਦ ਕਰਨਾ ਚਾਹੀਦਾ ਹੈ ਉਹਨਾਂ ਸਿਆਸੀ ਲੀਡਰਾਂ ਨੂੰ, ਬ੍ਰਾਇਨ ਮਲਰੂਨੀ ਵਰਗੇ, ਜਿਨ੍ਹਾਂ ਨੇ ਆਪਣਾ ਵੱਡਾ ਨੁਕਸਾਨ ਕਰਾਇਆ। ਹੁਣ ਸਿਆਸੀ ਨੁਕਸਾਨ ਦੇਖੋ ਉਸ ਚੀਜ਼ ਦਾ ਜੀ, ਜਦੋਂ ਉਹ ਸੱਤਾ ਦੇ ਵਿੱਚ ਆਏ ਸੀ ਤਾਂ ਹਿਸਟੋਰੀਕਲ ਮੈਂਡੇਟ ਉਹਨਾਂ ਨੂੰ ਮਿਲਿਆ ਸੀ 211 ਸੀਟਾਂ, ਜਿਹੜਾ ਕਿ ਅੱਜ ਤੱਕ ਕੈਨੇਡਾ ਦੇ ਇਤਿਹਾਸ ਦੇ ਵਿੱਚ ਕਿਸੇ ਨੂੰ ਐਡਾ ਵੱਡਾ ਜਿਹੜਾ ਸਮਰਥਨ ਹੈ ਲੋਕਾਂ ਦਾ ਨਹੀਂ ਮਿਲਿਆ, ਉਹ ਨਹੀਂ ਮਿਲਿਆ। ਉਸ ਵੇਲੇ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਉਹਨਾਂ ਦੀ ਸੀ, ਜਿਸ ਦੇ ਉਹ ਲੀਡਰ ਸੀ, ਪ੍ਰਧਾਨ ਮੰਤਰੀ ਚੁਣੇ ਗਏ ਸੀ। ਉਹ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ 211 ਸੀਟਾਂ ਜਿੱਤਣ ਦੇ ਵਿੱਚ ਕਾਮਯਾਬ ਹੋਈ ਸੀ, ਪਰ ਜਦੋਂ ਉਹਨਾਂ ਦੀ ਰੇਟਿੰਗ 1992 ਆਉਂਦੇ ਰੇਟਿੰਗ ਉਹਨਾਂ ਦੀ ਡਿਪ ਕਰਨ ਲੱਗ ਗਈ, ਕਿਉਂਕਿ ਸਖਤ ਫੈਸਲੇ ਲੈਣ ਦੇ ਕਰਕੇ, ਜਿਹੜੇ ਕੰਜ਼ਰਵੇਟਿਵ ਆ ਵੈਸੇ ਵੀ ਸਖਤ ਫੈਸਲੇ ਲੈਣ ਦੇ ਕਰਕੇ ਜਾਣੇ ਜਾਂਦੇ। ਸੋ ਉਸ ਦੇ ਕਰਕੇ 1992 ਆਉਂਦੇ ਉਹਨਾਂ ਦੀ 12-13% ਤੇ ਰੇਟਿੰਗ ਆ ਗਈ, ਤਾਂ ਉਹਨਾਂ ਨੇ ਜਿਹੜਾ ਪ੍ਰਧਾਨ ਮੰਤਰੀ ਦੀ ਜਿਹੜੀ ਕੁਰਸੀ ਹੈ ਉਹ ਛੱਡ ਦਿੱਤੀ। ਅੱਜ ਕੱਲ੍ਹ ਤਾਂ ਭੰਮ ਸਾਹਿਬ ਰੇਟਿੰਗ ਦੀ ਵੀ ਪਰਵਾਹ ਨਹੀਂ ਕਰ ਰਹੇ, ਉਹ ਤਾਂ ਕਹਿੰਦੇ ਵੀ ਬਸ ਜਿਹੜੀ ਇਹ ਜਾਏ ਨਾ ਕਿਸੇ ਪਾਸੇ ਵੀ, ਕਿਸੇ ਤਰੀਕੇ ਬਸ ਇਹਨੂੰ ਚਿੰਬੜੇ ਰਹੀਏ, ਚਾਹੇ ਜਿੰਨਾ ਮਰਜ਼ੀ ਨੁਕਸਾਨ ਕਰਦੀ ਹੈ ਲੋਕਾਂ ਦਾ। ਸੋ ਉਹਨਾਂ ਦੀ ਜਦ ਰੇਟਿੰਗ 12-13% ਤੇ ਆਈ ਤਾਂ ਉਹਨਾਂ ਨੇ ਕੁਰਸੀ ਛੱਡ ਦਿੱਤੀ ਤੇ ਦੂਸਰੇ ਜਿਹੜੇ ਲੀਡਰ ਨੂੰ ਮੌਕਾ ਦਿੱਤਾ, ਪਰ ਉਹਨਾਂ ਚੋਣਾਂ ਦੇ ਵਿੱਚ ਫਿਰ ਕੰਜ਼ਰਵੇਟਿਵ ਪਾਰਟੀ ਦੀ ਇਤਿਹਾਸਿਕ ਹਾਰ ਹੋਈ, ਜਿਸ ਦੇ ਵਿੱਚ ਸਿਰਫ 2 ਸੀਟਾਂ ਕੰਜ਼ਰਵੇਟਿਵ ਪਾਰਟੀ ਜਿੱਤਣ ਦੇ ਵਿੱਚ ਕਾਮਯਾਬ ਹੋਈ ਤੇ ਆਪੋਜੀਸ਼ਨ ਪਾਰਟੀ ਦਾ ਜਿਹੜਾ ਉਹਨਾਂ ਦਾ ਰੁਤਬਾ ਸੀਗਾ ਉਹ ਵੀ ਜਾਂਦਾ ਲੱਗਿਆ। ਸੋ 211 ਤੋਂ ਲੈ ਕੇ 2 ਤੱਕ ਦਾ ਸਫ਼ਰ ਤੈਅ ਕਰਨ ਵਾਲੇ ਪ੍ਰਧਾਨ ਮੰਤਰੀ ਤੇ ਲੀਡਰ ਵੀ ਬ੍ਰਾਇਨ ਮਲਰੂਨੀ ਰਹੇ ਕਿ ਇੱਕ ਇਤਿਹਾਸਿਕ ਮੈਂਡੇਟ ਤੋਂ ਬਾਅਦ 8-9 ਸਾਲਾਂ ਤੋਂ ਬਾਅਦ ਇੱਕ ਇਤਿਹਾਸਿਕ ਹਾਰ ਕੰਜ਼ਰਵੇਟਿਵ ਪਾਰਟੀ ਨੂੰ ਉਹਨਾਂ ਦੀਆਂ ਪਾਲਿਸੀਜ਼ ਕਰਕੇ ਦੇਖਣੀ ਪਈ। ਸੋ ਗਿੱਲ ਸਾਹਿਬ, ਇਕਨੋਮਿਕ ਪੱਧਰ ਤੇ ਤਾਂ ਚਲੋ ਉਹਨਾਂ ਦੇ ਕ੍ਰਾਂਤੀਕਾਰੀ ਫੈਸਲੇ ਜਿਹੜੇ ਤੁਸੀਂ ਜਿਵੇਂ ਦੱਸਿਆ GST ਵਾਲਾ ਜਾਂ ਹੋਰ, ਪਰ ਅੰਤਰਰਾਸ਼ਟਰੀ ਪੱਧਰ ਤੇ ਜੇ ਉਹਨਾਂ ਦੀ ਛਵੀ ਦੀ ਗੱਲ ਕਰੀਏ ਤਾਂ ਉਹ ਕਿਸ ਤਰ੍ਹਾਂ ਦੀ ਸੀ? ਭੰਮ ਸਾਹਿਬ, ਇਹ ਬੜਾ ਮਹੱਤਵਪੂਰਨ ਹੈ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਦੀ ਛਵੀ ਉਸ ਵੇਲੇ ਇੱਕ ਇੰਟਰਨੈਸ਼ਨਲ ਸਟੇਟਸਮੈਨ ਦੇ ਰੂਪ ਦੇ ਵਿੱਚ ਸੀ। ਜਿਹੜੇ ਕੰਮ, ਜੋ ਅਚੀਵਮੈਂਟਸ ਉਹਨਾਂ ਦੀਆਂ ਇੰਟਰਨੈਸ਼ਨਲ ਰਿਲੇਸ਼ਨਸ ਦੇ ਵਿੱਚ ਰਹੀਆਂ, ਉਹ ਦੁਨੀਆ ਨੇ ਉਸ ਨੂੰ ਤਸਲੀਮ ਕੀਤਾ। ਸਭ ਤੋਂ ਪਹਿਲਾਂ ਤਾਂ ਜਦੋਂ ਪ੍ਰਧਾਨ ਮੰਤਰੀ ਸੀ ਤਾਂ US ਦੇ ਨਾਲ, ਕਿਉਂਕਿ ਕੈਨੇਡਾ ਦੇ ਜੇ ਸੰਦਰਭ ਤੋਂ ਦੇਖੀਏ ਅਸੀਂ ਤਾਂ US ਦੇ ਨਾਲ ਜਿਹੜੀ ਪਾਰਟਨਰਸ਼ਿਪ ਹੈ ਉਹ ਮੋਸਟ ਇੰਪੋਰਟੈਂਟ, ਜਿਹੜਾ ਜੇ ਕੋਈ ਫੋਰਨ ਪਾਰਟਨਰ ਹੈ ਜਾਂ ਕੋਈ ਫੋਰਨ ਰਿਲੇਸ਼ਨ ਹੈ ਜੀ, ਤਾਂ ਉਹ ਕੈਨੇਡਾ ਦੇ ਲਈ US ਦੇ ਨਾਲ। US ਦੇ ਨਾਲ ਉਸ ਵੇਲੇ ਜਿਹੜੇ ਉਹਨਾਂ ਦੇ ਸੰਬੰਧ ਹੈ ਉਹ ਇਤਿਹਾਸਿਕ ਤੌਰ ਤੇ ਬਹੁਤ ਸਟਰੋਂਗ ਮੰਨੇ ਜਾਂਦੇ ਸੀ। ਇੱਕ ਉਹ ਗੋਲਡਨ ਪੀਰੀਅਡ ਸੀ US ਤੇ ਕੈਨੇਡਾ ਦੇ ਸਹਿਯੋਗ ਦਾ ਜੀ।
ਸੋ ਜਿੰਨੇ ਵੀ ਉਹਨਾਂ ਦੇ ਕਾਰਜਕਾਲ ਦੌਰਾਨ ਜਿਹੜੇ ਰਾਸ਼ਟਰਪਤੀ ਰਹੇ US ਦੇ, ਉਹਨਾਂ ਦੇ ਨਾਲ ਉਹਨਾਂ ਦੇ ਬੜੇ ਚੰਗੇ ਸੰਬੰਧ ਸੀ। ਇਸੇ ਤਰ੍ਹਾਂ ਪ੍ਰਧਾਨ ਮੰਤਰੀ ਜਿਹੜੀ ਮਾਰਗਰੇਟ ਥੈਚਰ ਸੀ UK ਦੀ, ਉਹਨਾਂ ਦੇ ਨਾਲ ਉਹਨਾਂ ਦੇ ਬਹੁਤ ਕਲੋਜ਼ ਤੇ ਚੰਗੇ ਸੰਬੰਧ ਸੀ ਜੀ। ਸੋ ਉਹਨਾਂ ਨੇ ਜਿਹੜੀ ਆਪਣੀ ਇੰਟਰਨੈਸ਼ਨਲ ਜਿਹੜੀ ਛਵੀ ਹੈ, ਉਹਨਾਂ ਨੂੰ ਜਿਹੜੇ ਅਜਿਹੇ ਮੁੱਦਿਆਂ ਦਾ ਹੱਲ ਕਰਵਾਉਣ ਦੇ ਲਈ ਉਸ ਦਾ ਇਸਤੇਮਾਲ ਕੀਤਾ ਕਿ ਜਿਹੜੇ ਬਾਅਦ ਦੇ ਵਿੱਚ ਇਤਿਹਾਸਿਕ ਹੋਣੇ ਪੜੇ ਜੀ। ਜਿਸ ਤਰ੍ਹਾਂ ਕਿ ਸਾਊਥ ਅਫਰੀਕਾ ਦੇ ਵਿੱਚ ਜਿਹੜਾ ਅਪਾਰਥਾਈਡ ਦਾ ਰਜੀਮ ਚੱਲਦਾ ਸੀ, ਜਿਸ ਦੇ ਵਿੱਚ ਕਿ ਜਿਹੜੇ ਸਿਆਹ ਫਾਮ ਲੋਕਾਂ ਦੇ ਨਾਲ, ਜਿਹੜੇ ਬਲੈਕ ਲੋਕ ਹੈ, ਉਹਨਾਂ ਦੇ ਨਾਲ ਬਹੁਤ ਜ਼ਿਆਦਾ ਜਿਹੜਾ ਇੱਕ ਸਿਸਟਮੈਟਿਕ ਧੱਕੇਸ਼ਾਹੀ ਕੀਤੀ ਜਾਂਦੀ ਸੀ। ਉਹਨਾਂ ਨੂੰ ਈਵਨ ਸਬ ਹਿਊਮਨ ਤਰੀਕੇ ਦੇ ਨਾਲ ਟਰੀਟ ਕੀਤਾ ਜਾਂਦਾ ਸੀ। ਸੋ ਉਸ ਅਪਾਰਥਾਈਡ ਦੇ ਖਿਲਾਫ ਜਿਹੜੇ ਹੈ, ਸਾਊਥ ਅਫਰੀਕਾ ਦਾ ਜੋ ਅਪਾਰਥਾਈਡ ਰਜੀਮ ਸੀ, ਉਸ ਦੇ ਖਿਲਾਫ ਸਾਰੀ ਦੁਨੀਆ ਨੇ ਸੈਂਕਸ਼ਨਸ ਲਾਈਆਂ ਤੇ ਜਿਨ੍ਹਾਂ ਸੈਂਕਸ਼ਨਸ ਦੀ ਵਕਾਲਤ ਜਿਹੜੀ ਸਭ ਤੋਂ ਪਹਿਲਾਂ ਅਪਾਰਥਾਈਡ ਦੇ ਖਿਲਾਫ ਆਵਾਜ਼ ਜਿਹੜੀ ਹੈ ਅਤੇ ਬੜੇ ਮਜ਼ਬੂਤ ਤਰੀਕੇ ਦੇ ਨਾਲ ਜਿਹੜੀ ਆਵਾਜ਼ ਹੈ, ਉਹ ਬ੍ਰਾਇਨ ਮਲਰੂਨੀ ਨੇ ਚੁੱਕੀ। ਜਿੱਥੇ ਕਿ ਉਹਨਾਂ ਦੇ ਜਿਹੜੇ ਬਾਕੀ ਵੈਸਟਰਨ ਅਲਾਈਜ਼ ਸੀਗੇ, ਉਹ ਇੰਨਾ ਵਿਰੋਧ ਨਹੀਂ ਕਰਦੇ ਸੀ ਸਾਊਥ ਅਫਰੀਕਾ ਦਾ, ਪਰ ਬ੍ਰਾਇਨ ਮਲਰੂਨੀ ਨੇ US ਤੇ UK ਦੇ ਨਾਲੋਂ ਇੱਕ ਅਲੱਗ ਆਪਣੀ ਜਿਹੜੀ ਹੈ ਉਹ ਲਕੀਰ ਖਿੱਚ ਕੇ ਅਪਾਰਥਾਈਡ ਦਾ ਵਿਰੋਧ ਕੀਤਾ। ਤੇ ਜਦੋਂ ਅਪਾਰਥਾਈਡ ਦਾ ਰਜੀਮ ਖਤਮ ਹੋਇਆ ਸਾਊਥ ਅਫਰੀਕਾ ਦੇ ਵਿੱਚ, ਤਾਂ ਉਹਨਾਂ ਨੇ ਖਾਸ ਤੌਰ ਤੇ ਸਾਊਥ ਅਫਰੀਕਾ ਨੇ, ਨੈਲਸਨ ਮੰਡੇਲਾ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਬ੍ਰਾਇਨ ਮਲਰੂਨੀ ਦਾ ਧੰਨਵਾਦ ਕੀਤਾ ਜੀ। ਸੋ ਇਸ ਤਰ੍ਹਾਂ ਉਹਨਾਂ ਨੇ ਜਿਹੜੀ ਕੈਨੇਡਾ ਦੀ ਛਵੀ ਹੈ ਦੁਨੀਆ ਦੇ ਵਿੱਚ, ਇੱਕ ਨੌਨ ਪਾਰਟੀਸਨ, ਇੱਕ ਮਨੁੱਖੀ ਅਧਿਕਾਰਾਂ ਦੇ ਲਈ ਆਵਾਜ਼ ਚੱਕਣ ਵਾਲੇ ਤੇ ਸਹੀ ਜਿਹੜੀ ਗੱਲ ਹੈ ਉਸ ਦੇ ਲਈ ਖੜਨ ਵਾਲੇ ਮੁਲਕ ਦੀ ਜਿਹੜੀ ਛਵੀ ਉਹ ਬਣਾਈ, ਨਾ ਕਿ ਕਿਸੇ ਗਰੁੱਪ ਦੀ, ਕਿਸੇ ਦੀ ਪਿਛਲੱਗ ਦੇ ਤੌਰ ਉੱਤੇ ਉਹ ਚੱਲੇ। ਜਿੱਥੇ ਉਹਨਾਂ ਨੂੰ ਲੱਗਿਆ ਕਿ ਮੇਰੀ ਇੱਥੇ ਹੁਣ ਅਲੱਗ ਲਕੀਰ ਖਿੱਚਣੀ ਜਿਹੜੀ ਬਣਦੀ ਹੈ, ਅਪਾਰਥਾਈਡ ਦੇ ਵਿੱਚ ਜੋ ਧੱਕਾ ਹੋ ਰਿਹਾ ਬਲੈਕ ਲੋਕਾਂ ਦੇ ਨਾਲ, ਉਹ ਅਸੀਂ ਬਰਦਾਸ਼ਤ ਨਹੀਂ ਕਰ ਸਕਦੇ, ਤਾਂ ਉਹਨਾਂ ਨੇ ਗੁਰੇਜ਼ ਨਹੀਂ ਕੀਤਾ US ਤੇ UK ਦੇ ਨਾਲੋਂ ਇੱਕ ਅਲੱਗ ਜਿਹੜੀ ਲਾਈਨ ਹੈ ਉਹ ਇਖਤਿਆਰ ਕਰਨ ਦੇ ਵਿੱਚ ਜੀ। ਸੋ ਲੀਡਰਸ਼ਿਪ ਜਿਹੜੀ ਹੈ ਭਾਮ ਸਾਹਿਬ, ਦਰਅਸਲ ਇਹੀ ਹੁੰਦੀ ਹੈ। ਬਿਲਕੁਲ, ਲੀਡਰਸ਼ਿਪ ਇਹੀ ਹੁੰਦੀ ਹੈ ਕਿ ਜਿਹੜੇ ਤੁਹਾਡੇ ਆਪਣੇ ਅਸੂਲ ਨੇ, ਆਪਣੇ ਆਬਜੈਕਟਿਵਸ ਨੇ, ਉਹਨਾਂ ਦੇ ਲਈ ਤੁਸੀਂ ਕਿੰਨਾ ਸਟੈਂਡ ਲੈ ਸਕਦੇ ਹੋ ਤੇ ਕਿਵੇਂ ਤੁਸੀਂ ਲੋਕਾਂ ਨਾਲ ਕੰਮ ਕਰਦੇ ਹੋਏ ਵੀ, ਚੰਗੇ ਸੰਬੰਧ ਮੇਨਟੇਨ ਕਰਦੇ ਹੋਏ ਵੀ, ਇੱਕ ਕਿਸੇ ਮਸਲੇ ਤੇ ਤੁਸੀਂ ਜਿਹੜੀ ਹੈ ਆਪਣੀ ਅੱਡ ਲਕੀਰ ਖਿੱਚਣ ਦੀ, ਅੱਡ ਆਪਣਾ ਸਟੈਂਡ ਲੈਣ ਦੀ ਜਿਹੜਾ ਰੂਮ ਹੈ ਤੁਹਾਨੂੰ, ਉਹ ਤੁਸੀਂ ਪੈਦਾ ਕਰਨ ਦੀ ਜਿਹੜੀ ਸ਼ਮਤਾ ਤੁਹਾਡੇ ਦੇ ਵਿੱਚ ਹੈ, ਤੇ ਇੱਕ ਉਹਨਾਂ ਤੋਂ ਵੱਖਰਾ ਚੱਲਣ ਦੀ ਜਿਹੜੀ ਸ਼ਮਤਾ ਹੈ ਉਹ ਤੁਸੀਂ ਆਪਣੇ ਆਪ 'ਚ ਪੈਦਾ ਕੀਤੀ ਹੋਈ ਹੈ ਜੀ। ਬਿਲਕੁਲ। ਸੋ ਇਹ ਸ਼ਮਤਾ ਜਿਹੜੀ ਹੈ ਉਹ ਬ੍ਰਾਇਨ ਮਲਰੂਨੀ ਦੇ ਵਿੱਚ ਸੀ। ਉਹਨਾਂ ਨੇ ਅਜਿਹਾ ਕੀਤਾ ਵੀ ਜਿਸ ਦੇ ਨਾਲ ਇਹ ਨਹੀਂ ਹੋਇਆ ਕਿ ਉਹਨਾਂ ਦਾ US ਦੇ ਨਾਲ, UK ਦੇ ਨਾਲ ਜਾਂ ਕਿਸੇ ਹੋਰ ਮੁਲਕ ਦੇ ਨਾਲ ਰਿਲੇਸ਼ਨਸ਼ਿਪ ਹੈ ਜਿਹੜਾ ਸਫਰ ਕੀਤਾ ਹੋਵੇ। ਅੱਜ ਕੱਲ੍ਹ ਜਿਹੜੇ ਭਾਮ ਸਾਹਿਬ ਜਿਹੜੀ ਲੀਡਰਸ਼ਿਪ ਹੈ ਉਹ ਬਿਆਨ ਦੇ ਦਿੰਦੀ ਹੈ, ਬਿਆਨ ਦੇ ਕੇ ਵੋਟਾਂ ਦੀ ਗਿਣਤੀ ਕਰ ਲੈਂਦੀ ਹੈ, ਤੇ ਜਿਹੜੇ ਫੋਰਨ ਰਿਲੇਸ਼ਨ ਹੈ ਤੁਸੀਂ ਦੇਖੋ ਵੀ ਉਹ ਕਿਸ ਤਰ੍ਹਾਂ ਜਿਹੜੇ ਉਹ ਧਰਾਤਲ ਦੇ ਵਿੱਚ ਜਾ ਰਹੇ ਹੈ। ਸੋ ਇਸ ਪਹਿਲੂ ਦੇ ਵਿੱਚ ਜਿਹੜੇ ਬ੍ਰਾਇਨ ਮਲਰੂਨੀ ਹੈ ਉਹ ਬੜੇ ਸਟੈਂਡ ਆਊਟ ਕਰਦੇ ਸੀ। ਹੋਰ ਜਿਹੜੇ ਉਹਨਾਂ ਦੇ ਕੀਤੇ ਹੋਏ ਕੰਮ ਭਾਮ ਸਾਹਿਬ, ਜਿਸ ਤਰ੍ਹਾਂ এনवायरमेंट ਦੇ ਉੱਤੇ ਉਹਨਾਂ ਨੇ ਇੱਕ ਬੜੀ ਪਹਿਲ ਕੀਤੀ। ਉਹਨਾਂ ਦੀ ਇੱਕ ਪੋਲ ਹੋਈ ਸੀ 2005 ਦੇ ਵਿੱਚ, ਤੇ ਉਹਦੇ ਵਿੱਚ ਉਹਨਾਂ ਨੂੰ ਗ੍ਰੀਨੈਸਟ ਪ੍ਰਾਈਮ ਮਿਨਿਸਟਰ ਆਫ ਕੈਨੇਡਾ ਵੀ ਕਿਹਾ ਗਿਆ ਜੀ। ਸੋ ਗ੍ਰੀਨ ਪਾਰਟੀ ਹੈ ਜਿਹੜੀ ਉਹ ਘੱਟ ਹੀ ਕਿਸੇ ਦੀ ਤਾਰੀਫ ਕਰਦੀ ਹੁੰਦੀ ਹੈ, ਪਰ ਉਹਨਾਂ ਦੀ ਮੌਤ ਦੇ ਉੱਤੇ ਜਿਹੜੀ ਗ੍ਰੀਨ ਪਾਰਟੀ ਨੇ ਉਹਨਾਂ ਦੇ ਕੀਤੇ ਹੋਏ ਕੰਮਾਂ ਦੀ ਵੀ ਸ਼ਲਾਘਾ ਕੀਤੀ। ਉਹ ਇਹ ਹੈਰਾਨੀਜਨਕ ਹੈ ਕਿ ਇੱਕ ਗ੍ਰੀਨ ਪਾਰਟੀ ਇੱਕ ਕੰਜ਼ਰਵੇਟਿਵ ਪ੍ਰਾਈਮ ਮਿਨਿਸਟਰ ਦੀ ਜਿਹੜੀ ਤਾਰੀਫ ਕਰੇ। ਬਿਲਕੁਲ, ਇਹ ਵੀ ਹੋਇਆ, ਇਹ ਵੀ ਉਹਨਾਂ ਦੀ ਬਿਲਕੁਲ ਜਦੋਂ ਆਪਦੇ ਨੀਤੀਆਂ ਦਾ ਇੰਨਾ ਵਖਰੇਵਾਂ ਹੁੰਦਾ ਇਹਨਾਂ ਦਾ ਆਪਸ ਵਿੱਚ ਜੀ। ਸੋ ਇਹ ਵੀ ਸਾਨੂੰ ਦੇਖਣ ਨੂੰ ਮਿਲਿਆ ਕਿਉਂਕਿ ਉਹਨਾਂ ਨੇ ਜਿਹੜਾ ਕਲਾਈਮੇਟ ਚੇਂਜ ਦੇ ਉੱਤੇ ਇੱਕ ਪਹਿਲ ਕੀਤੀ ਸੀ ਜੀ, ਗਲੋਬਲ ਵਾਰਮਿੰਗ ਦੇ ਉੱਤੇ ਪਹਿਲ ਕੀਤੀ ਸੀ। ਸਾਰੇ ਜਿਹੜਾ এনवायरमेंट ਪ੍ਰੋਟੈਕਸ਼ਨ ਐਕਟ ਕੈਨੇਡਾ ਦੇ ਵਿੱਚ ਜੀ, ਉਹ ਬ੍ਰਾਇਨ ਮਲਰੂਨੀ ਦੀ ਜਿਹੜੀ ਸਰਕਾਰ ਹੈ ਉਸ ਦੇ ਦੌਰਾਨ ਪਾਸ ਹੋਇਆ ਸੀ ਜੀ। ਉਹਨਾਂ ਨੇ ਐਸਿਡ ਰੇਨ ਦੇ ਉੱਤੇ ਬਹੁਤ ਕੰਮ ਕੀਤਾ, US ਦੇ ਨਾਲ ਸੰਧੀਆਂ ਕੀਤੀਆਂ। ਜਿਹੜਾ ਤੇਜ਼ਾਬੀ ਬਰਸਾਤ ਹੈ, ਐਸਿਡ ਰੇਨ ਦੀ ਜਿਹੜੀ ਪ੍ਰੋਬਲਮ ਆਈ ਸੀ ਉਸ ਵੇਲੇ
ਕਿ ਫੈਕਟਰੀਜ਼ ਦਾ ਜਿਹੜਾ ਉਹ ਕੈਮੀਕਲ ਰਿਲੀਜ਼ ਹੁੰਦਾ ਸੀ ਸਲਫਰ ਹਵਾ ਦੇ ਵਿੱਚ, ਜਦੋਂ ਪਾਣੀ ਦੇ ਵਿੱਚ ਮਿਲਦਾ ਹੈ ਤਾਂ ਉਹ ਐਸਿਡ ਬਣ ਜਾਂਦਾ ਹੈ। ਬਿਲਕੁਲ। ਫਿਰ ਉਹ ਐਸਿਡ ਰੇਨ ਦੇ ਤੌਰ ਤੇ ਉਸ ਦੀ ਬਰਸਾਤ ਹੁੰਦੀ ਹੈ। ਸੋ ਐਸਿਡ ਰੇਨ ਨੂੰ ਰੋਕਣ ਦੇ ਖਾਤਰ ਉਹਨਾਂ ਨੇ ਬਹੁਤ ਕੰਮ ਕੀਤਾ ਸੀ US ਦੇ ਨਾਲ। ਸੋ ਭੰਮ ਸਾਹਿਬ ਅਖੀਰ ਦੇ ਵਿੱਚ ਮੈਂ ਇਹੀ ਕਹਿਣਾ ਚਾਹੂੰਗਾ ਕਿ ਇੱਕ ਸਧਾਰਨ ਪਰਿਵਾਰ ਦੇ ਵਿੱਚੋਂ ਆਏ, ਵਕਾਲਤ ਦੀ ਜਿਹੜੀ ਹੈ ਉਹਨਾਂ ਨੇ ਪੜ੍ਹਾਈ ਕੀਤੀ ਤੇ ਪੋਲੀਟੀਕਲ ਸਾਇੰਸ ਦੇ ਸਟੂਡੈਂਟ ਰਹੇ ਤੇ ਇੱਕ ਕਾਮਯਾਬ ਵਕੀਲ, ਕਾਮਯਾਬ ਬਿਜ਼ਨਸਮੈਨ। ਉਸ ਤੋਂ ਬਾਅਦ ਕੰਜ਼ਰਵੇਟਿਵ ਪਾਰਟੀ ਜਦ ਕਿ ਆਪਸ ਦੇ ਵਿੱਚ ਫੁੱਟ ਪੈਣ ਦੇ ਕਰਕੇ ਲਿਬਰਲਸ ਤੋਂ ਲਗਾਤਾਰ ਹਾਰ ਰਹੀ ਸੀ ਤਾਂ ਕੰਜ਼ਰਵੇਟਿਵ ਪਾਰਟੀ ਦਾ ਇੱਕ ਬ੍ਰੌਡ ਅਲਾਇੰਸ ਬਣਾ ਕੇ ਪ੍ਰੋਗਰੈਸਿਵ ਕੰਜ਼ਰਵੇਟਿਵ ਦੇ ਰੂਪ ਦੇ ਵਿੱਚ ਕੰਜ਼ਰਵੇਟਿਵ ਪਾਰਟੀ ਦੀ ਸੱਤਾ ਦੇ ਵਿੱਚ ਵਾਪਸੀ ਕਰਵਾਈ ਸ਼ਾਨ ਦੇ ਨਾਲ। ਤੇ ਉਸੇ ਜਿੰਨੀ ਸ਼ਾਨ ਦੇ ਨਾਲ ਆਏ ਸੀ ਤਾਂ ਉਹਨਾਂ ਹੀ ਨੁਕਸਾਨ ਖਾ ਕੇ ਬਾਹਰ ਗਏ। 211 ਤੋਂ 2 ਤੱਕ ਦਾ ਸਫ਼ਰ ਕੀਤਾ ਤੇ ਪਰ ਇਤਿਹਾਸ ਦੇ ਵਿੱਚ ਜਿਹੜੇ ਹੈ ਉਹ ਅਮਿਟ ਪੂਰ ਨੇ ਆਪਣੇ ਪਾ ਕੇ ਉਹ ਇਸ ਫਾਨੀ ਜਹਾਨ ਤੋਂ ਰੁਖਸਤ ਹੋ ਗਏ ਨੇ। ਹਾਲਾਂਕਿ ਉਹਨਾਂ ਪੈੜਾਂ ਤੇ ਜਿਹੜੀਆਂ ਬਾਅਦ ਦੀਆਂ ਸਰਕਾਰਾਂ ਚੱਲਦੀਆਂ ਰਹੀਆਂ। ਬਿਲਕੁਲ ਜੀ। ਅਸੀਂ ਦੂਸਰੇ ਪੜਾਅ ਦੇ ਵਿੱਚ ਦਾਖਲ ਹੋਇਆ ਕਾਨੂੰਨੀ ਨੁਕਤੇ। ਸੋ ਕਾਨੂੰਨੀ ਨੁਕਤੇ ਦੇ ਵਿੱਚ ਗਿੱਲ ਸਾਹਿਬ ਇੱਕ DY ਚੰਦਰਚੂੜ ਜਿਹੜੇ ਸਾਡੇ ਜਿਹੜੇ ਚੀਫ ਜਸਟਿਸ ਨੇ ਭਾਰਤ ਦੇ, ਉਹਨਾਂ ਨੇ ਜੱਜਾਂ ਦੀ ਇੱਕ ਕਾਨਫਰੰਸ ਦੇ ਵਿੱਚ ਜਿਹੜਾ ਇੱਕ ਸਵਾਲ ਕੀਤਾ ਹੈ ਜੱਜਾਂ ਨੂੰ ਵੀ ਜਿਹੜੀ ਬੇਲ ਹੈ, ਹਾਲਾਂਕਿ ਰੂਲ ਦੇ ਮੁਤਾਬਕ ਉਹ ਦੇਣੀ ਬਣਦੀ ਹੈ, ਪਰ ਜੱਜ ਜਿਹੜੇ ਆ ਉਹ ਝਿਜਕਦੇ ਆ ਜਾਂ ਕੀ ਕਾਰਨ ਹੈ। ਚਲੋ ਉਹਨਾਂ ਨੇ ਉਹਨਾਂ ਨੂੰ ਪੁੱਛਿਆ ਵੀ ਕਿਉਂ ਨਹੀਂ ਹੋ ਰਹੀਆਂ ਬੇਲਾਂ, ਜਿਹਦੇ ਕਰਕੇ ਜਿਹੜਾ ਅਸੀਂ ਕਹਿ ਸਕਦੇ ਹਾਂ ਵੀ ਜੇਲ੍ਹਾਂ ਦੇ ਵਿੱਚ ਜਿਹੜਾ ਉਹ ਰਸ਼ ਜਿਹੜਾ ਉਹ ਲਗਾਤਾਰ ਵਧ ਰਿਹਾ, ਸਮੱਸਿਆ ਬੜੀ ਵੱਡੀ ਸੀ। ਜੀ ਭੰਮ ਸਾਹਿਬ ਇਹ ਬਿਆਨ ਉਹਨਾਂ ਨੇ ਦਿੱਤਾ ਹੈ ਕਿ ਉਹ ਲੋਅਰ ਜੁਡੀਸ਼ਰੀ ਦੇ ਨਾਲ ਇਹ ਇੱਕ ਡਾਇਲੋਗ ਕਰਨਾ ਚਾਹੁੰਦੇ ਹੈ ਕਿ ਜਿਹੜਾ ਇੱਕ ਲੀਗਲ ਮੈਕਸਿਮ ਹੈ, ਲੀਗਲ ਇੱਕ ਅਸੂਲ ਹੈ ਇੱਕ ਕਾਨੂੰਨੀ ਕਿ ਬੇਲ ਇਜ਼ ਦਾ ਰੂਲ ਐਂਡ ਜੇਲ ਇਜ਼ ਐਕਸੈਪਸ਼ਨ, ਉਸ ਨੂੰ ਜਿਹੜੀ ਲੋਅਰ ਜੁਡੀਸ਼ਰੀ ਹੈ ਉਹ ਫੋਲੋ ਕਿਉਂ ਨਹੀਂ ਕਰ ਰਹੀ। ਕਿ ਉਹ ਜਿਹੜੇ ਬਣਦੇ ਕੇਸ ਹੈ, ਬੇਲੇਬਲ ਅਫੈਂਸ ਹੈ ਜਿਹੜੇ, ਜਾਂ ਜਿਹੜੇ ਬੇਲੇਬਲ ਅਫੈਂਸ ਨਹੀਂ ਵੀ ਹੈ ਜਿਨ੍ਹਾਂ ਦੇ ਵਿੱਚ ਜ਼ਮਾਨਤ ਦੇਣੀ ਬਣਦੀ ਹੈ, ਉਹ ਜ਼ਮਾਨਤਾਂ ਕਿਉਂ ਨਹੀਂ ਦੇ ਰਹੇ। ਕਿਉਂਕਿ ਉਹਨਾਂ ਦੇ ਜ਼ਮਾਨਤਾਂ ਨਾ ਦੇਣ ਦੇ ਕਰਕੇ ਜਿਹੜੀ ਹਾਇਰ ਜੁਡੀਸ਼ਰੀ ਹੈ, ਹਾਈ ਕੋਰਟਸ ਤੇ ਸੁਪਰੀਮ ਕੋਰਟ, ਜ਼ਮਾਨਤਾਂ ਲੈਣ ਦੇ ਲਈ ਜਿਹੜੇ ਆਰੋਪੀ ਹੈ ਉਹਨਾਂ ਨੂੰ ਉੱਥੇ ਤੱਕ ਜਾਣਾ ਪੈਂਦਾ ਹੈ ਜਿਹਦੇ ਨਾਲ ਜਿਹੜੀਆਂ ਹਾਈਅਰ ਕੋਰਟਸ ਹੈ ਜਿਨ੍ਹਾਂ ਦੇ ਕੋਲ ਕੀ ਹੋਰ ਬੜਾ ਮਹੱਤਵਪੂਰਨ ਕੰਮ ਹੈ ਬਿਲਕੁਲ ਕਰਨ ਵਾਲਾ, ਉੱਥੇ ਰਸ਼ ਵਧ ਰਿਹਾ, ਸੰਵਿਧਾਨਕ ਜਿਹੜੇ ਉਹਨਾਂ ਨੇ ਮਸਲੇ ਹੈ ਉਹ ਹੱਲ ਕਰਨੇ ਹੈ, ਉਹਨਾਂ ਉਸ ਕੰਮ ਦੇ ਲਈ ਉਹਨਾਂ ਨੂੰ ਸਮਾਂ ਨਹੀਂ ਮਿਲ ਰਿਹਾ ਤੇ ਉੱਥੇ ਜਿਹੜੀ ਪੈਂਡੈਂਸੀ ਹੈ ਉਹ ਵੱਧਦੀ ਜਾ ਰਹੀ ਹੈ। ਸੋ ਇਸ ਗੱਲ ਨੂੰ ਉਹਨਾਂ ਨੇ ਧਿਆਨ ਦੇ ਵਿੱਚ ਲਿਆਂਦਾ ਹੈ ਕਿਉਂਕਿ ਇਹ ਜਿਹੜਾ ਅਸੂਲ ਹੈ ਭੰਮ ਸਾਹਿਬ ਇੱਕ ਦੂਸਰੇ ਅਸੂਲ ਦੇ ਉੱਤੇ ਆਧਾਰਿਤ ਹੈ ਜਿਸ ਦੇ ਵਿੱਚ ਕਿਹਾ ਜਾਂਦਾ ਹੈ ਕਿ ਇਨੋਸੈਂਟ ਟਿਲ ਪ੍ਰੂਵਨ ਗਿਲਟੀ। ਜਦੋਂ ਤੱਕ ਕਿ ਤੁਸੀਂ ਜਿਹੜੇ ਦੋਸ਼ੀ ਹੈ ਉਹ ਸਾਬਤ ਨਹੀਂ ਹੁੰਦੇ ਉਦੋਂ ਤੱਕ ਜਿਹੜਾ ਸਿਸਟਮ ਹੈ ਜਾਂ ਕਾਨੂੰਨ ਹੈ ਉਹ ਤੁਹਾਨੂੰ ਇਨੋਸੈਂਟ ਮੰਨੂਗਾ। ਪਰ ਜਿਹੜਾ ਸਾਡਾ ਪ੍ਰੋਸੀਜਰ ਹੈ ਭੰਮ ਸਾਹਿਬ ਉਹ ਇਸ ਅਸੂਲ ਦੀਆਂ ਜਿਹੜੀਆਂ ਉਹ ਪਹਿਲਾਂ ਹੀ ਧੱਜੀਆਂ ਉਡਾ ਦਿੰਦਾ ਹੈ। ਸੋ ਜਦੋਂ ਕ੍ਰਿਮੀਨਲ ਜਸਟਿਸ ਸਿਸਟਮ ਦੇ ਨਾਲ ਕਿਸੇ ਬੰਦੇ ਨੂੰ 2-4 ਹੋਣਾ ਪੈਂਦਾ ਜਾਂ ਕਿਸੇ ਤੇ ਦੋਸ਼ ਲੱਗ ਜਾਂਦੇ ਨੇ ਜਾਂ ਕੋਈ FIR ਹੋ ਜਾਂਦੀ ਹੈ, ਸੋ FIR ਦਰਜ ਹੋਣ ਤਾਂ ਉਹ ਕੇਸ ਦੇ ਫੈਸਲੇ ਤੱਕ ਚਾਹੇ ਉਹ ਬਰੀ ਵੀ ਹੋ ਜਾਂਦਾ ਹੈ ਤਾਂ ਇੱਕ ਤਰ੍ਹਾਂ ਉਹ ਜਿਹੜੀ ਸਜ਼ਾ ਹੈ ਉਹ ਭੁਗਤ ਚੁੱਕਿਆ ਹੁੰਦਾ ਹੈ। ਜਿਹੜੀ ਪ੍ਰੋਸੈਸ ਹੈ, ਪ੍ਰੋਸੈਸ ਹੀ ਪਨਿਸ਼ਮੈਂਟ ਹੈ। ਬਿਲਕੁਲ। ਸੋ ਇਸ ਚੀਜ਼ ਨੂੰ ਸਾਰੀ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਚੀਫ ਜਸਟਿਸ ਨੇ ਇਹ ਬਿਆਨ ਦਿੱਤਾ ਹੈ, ਪਰ ਉਹਦੇ ਵਿੱਚ ਚੀਫ ਜਸਟਿਸ ਦੇ ਵੀ ਜਿਹੜੀ ਹੈ ਉਹ ਧਿਆਨ ਵਿੱਚ ਸ਼ਾਇਦ ਇਹ ਗੱਲ ਨਾ ਹੋਵੇ ਕਿ ਜਿਹੜਾ ਸੁਪਰੀਮ ਕੋਰਟ ਖੁਦ ਹੈ ਉਹ ਬੇਲ ਦੇਣ ਦੇ ਵਿੱਚ ਬੜੀ ਗੁਰੇਜ਼ ਕਰ ਰਿਹਾ। ਕਈ ਮਸਲੇ ਇਹੋ ਜਿਹੇ ਆ ਚੁੱਕੇ ਨੇ ਜਿਸ ਦੇ ਵਿੱਚ ਉਹਨਾਂ ਨੇ ਜਿਹੜਾ ਕ੍ਰਿਮੀਨਲ ਡਿਫੈਂਸ, ਜਿਹੜਾ ਕ੍ਰਿਮੀਨਲ ਜਸਟਿਸ ਸਿਸਟਮ ਹੈ, ਸੁਪਰੀਮ ਕੋਰਟ ਦੀਆਂ ਕੁਝ ਜਜਮੈਂਟਸ ਜਿਹੜੀਆਂ ਉਸ ਨੂੰ ਪੁੱਠਾ ਗੇੜਾ ਦੇ ਰਹੀਆਂ ਨੇ ਜਿਸ ਦੇ ਵਿੱਚੋਂ ਕਿ ਪਹਿਲੀ ਜਿਹੜੀ ਯੂਆਪਾ ਦੇ ਉੱਤੇ ਜਜਮੈਂਟ ਆਈ ਸੀ ਸੁਪਰੀਮ ਕੋਰਟ ਦੀ, ਉਹਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਯੂਆਪਾ ਦੇ ਕੇਸਾਂ ਦੇ ਵਿੱਚ ਅਨਲੌਫੁਲ ਐਕਟੀਵਿਟੀਜ਼ ਪ੍ਰੀਵੈਂਸ਼ਨ ਐਕਟ, ਉਹਨਾਂ ਦੇ ਵਿੱਚ ਜੇਲ ਇਜ਼ ਦਾ ਰੂਲ ਐਂਡ ਬੇਲ ਇਜ਼ ਦਾ ਐਕਸੈਪਸ਼ਨ। ਸੋ ਜਿਹੜਾ ਕਾਨੂੰਨ ਹੈ ਉਸ ਨੂੰ ਪੁੱਠਾ ਗੇੜਾ ਦੇ ਦਿੱਤਾ ਸੀਗਾ। ਹਾਲਾਂਕਿ ਜਿਹੜਾ ਯੂਆਪਾ ਕਾਨੂੰਨ ਹੈ ਉਹ ਬਹੁਤ ਜਿਹੜੇ ਖਤਰਨਾਕ, ਜਿਹੜੇ ਨੈਸ਼ਨਲ ਸਿਕਿਉਰਿਟੀ ਦੇ ਨਾਲ ਜਿਹੜੇ ਸੰਬੰਧਿਤ
ਜਾਂ ਟੈਰਰਿਸਟ ਐਕਟੀਵਿਟੀ ਦੇ ਨਾਲ ਜਿਹੜੇ ਸੰਬੰਧਿਤ ਚੀਜ਼ਾਂ ਨੇ ਉਹਨਾਂ ਉੱਤੇ ਲਾਉਣਾ ਬਣਦਾ ਹੈ। ਪਰ ਜਿਹੜਾ ਯੂਆਪਾ ਦਾ ਇਸਤੇਮਾਲ ਜਿਸ ਤਰ੍ਹਾਂ ਪੁਲਿਸ ਕਰ ਰਹੀ ਹੈ ਜਾਂ ਸਿਕਿਉਰਿਟੀ ਏਜੰਸੀਜ਼ ਕਰ ਰਹੀਆਂ ਨੇ, ਉਹ ਕਈ ਵਾਰ ਭੰਮ ਸਾਹਿਬ ਜਿਹੜੇ ਗੰਭੀਰ ਮਸਲੇ ਨਹੀਂ ਵੀ ਹੁੰਦੇ ਉਹਨਾਂ ਦੇ ਉੱਤੇ ਵੀ ਜਿਹੜਾ ਯੂਆਪਾ ਦਾ ਕੇਸ ਦਰਜ ਕੀਤਾ ਜਾਂਦਾ ਹੈ। ਹੁਣ ਕਿਸੇ ਨੇ ਕਿਤੇ ਪੋਸਟਰ ਲਗਾ ਦਿੱਤਾ, ਕਿਤੇ ਕੋਈ ਝੰਡਾ ਚਲਾ ਦਿੱਤਾ, ਉਹ ਕੋਈ ਐਡਾ ਤਾਂ ਕੋਈ ਹਾਰਡਨਡ ਕ੍ਰਿਮੀਨਲ ਤਾਂ ਉਹ ਨਹੀਂ ਹੈ। ਬਿਲਕੁਲ। ਪਰ ਜਿਹੜਾ ਕੇਸ ਬਣਾਇਆ ਜਾਂਦਾ ਹੈ ਉਹ ਯੂਆਪਾ ਦਾ ਬਣਾਇਆ ਜਾਂਦਾ ਹੈ। ਯੂਆਪਾ ਦਾ ਕੇਸ ਬਣਾ ਕੇ ਜਿਹੜੀ ਉਹਨਾਂ ਨੂੰ ਫਿਰ ਬੇਲ ਮਿਲਣੀ ਜਿਹੜੀ ਮੁਸ਼ਕਿਲ ਹੋ ਜਾਂਦੀ ਹੈ। ਤੇ ਸੁਪਰੀਮ ਕੋਰਟ ਨੇ ਵੀ ਇਹ ਕਹਿ ਦਿੱਤਾ ਹੈ ਕਿ ਜੇਲ ਇਜ਼ ਦਾ ਰੂਲ, ਬੇਲ ਇਜ਼ ਦਾ ਐਕਸੈਪਸ਼ਨ। ਪਹਿਲਾਂ ਤਾਂ ਜਿਹੜੇ ਚੀਫ ਜਸਟਿਸ ਸਾਹਿਬ ਉਹਨਾਂ ਨੂੰ ਇਸ ਜੱਜਮੈਂਟ ਦੀ ਜਿਹੜੀ 2 ਜੱਜਾਂ ਦੇ ਬੈਂਚ ਨੇ ਜਿਹੜੀ ਇਹ ਜੱਜਮੈਂਟ ਦਿੱਤੀ ਹੈ ਉਸ ਦੀ ਸਮੀਖਿਆ ਕਰਨੀ ਚਾਹੀਦੀ ਹੈ ਕਿ ਇਸ ਦੇ ਦੂਰਗਾਮੀ ਨਤੀਜੇ ਕੀ ਨਿਕਲਣਗੇ, ਕਿਸ ਤਰ੍ਹਾਂ ਇਹ ਕ੍ਰਿਮੀਨਲ ਡਿਫੈਂਸ ਕ੍ਰਿਮੀਨਲ ਜਸਟਿਸ ਸਿਸਟਮ ਨੂੰ ਇਹ ਜੱਜਮੈਂਟ ਪ੍ਰਭਾਵਿਤ ਕਰ ਸਕਦੀ ਹੈ। ਬਿਲਕੁਲ। ਦੂਸਰੀ ਜਿਹੜੀ ਜੱਜਮੈਂਟ ਸੁਪਰੀਮ ਕੋਰਟ ਦੀ ਹਾਲ ਹੀ ਦੇ ਦਿਨਾਂ ਦੇ ਵਿੱਚ ਆਈ ਸੀ ਉਹ ਸੀਗੀ ਜਿਹੜੀ ਆਮ ਆਦਮੀ ਪਾਰਟੀ ਦੇ ਜਿਹੜੇ ਲੀਡਰ ਸ਼ਰਾਬ ਘੁਟਾਲੇ ਦੇ ਵਿੱਚ ਫੜੇ ਗਏ ਉਹਨਾਂ ਦੀ ਬੇਲ ਜਿਸ ਦੇ ਵਿੱਚ ਰਿਜੈਕਟ ਕੀਤੀ ਗਈ ਜੀ, ਜਿਸ ਦੇ ਵਿੱਚ ਕਿ ਮਨੀਸ਼ ਸਿਸੋਦੀਆ ਜੀ। ਹੁਣ ਕੋਰਟ ਨੇ ਭੰਮ ਸਾਹਿਬ ਜਿਹੜਾ ਹੈ ਕੇਸ ਦੇ ਮੈਰਿਟ ਦੇ ਵਿੱਚ ਨਹੀਂ ਜਾਣਾ ਹੁੰਦਾ। ਜਿਹੜੀ ਬੇਲ ਦੇਣੀ ਆ, ਬੇਲ ਦੇਣ ਦਾ ਆਧਾਰ ਇਹ ਨਹੀਂ ਕਿ ਇਹਨੇ ਕ੍ਰਾਈਮ ਕੀਤਾ ਕਿ ਨਹੀਂ ਕੀਤਾ, ਉਹਦਾ ਬਾਅਦ ਦੇ ਵਿੱਚ ਟਰਾਇਲ ਚੱਲੂਗੀ, ਐਵੀਡੈਂਸ ਦੇਖਿਆ ਜਾਊਗਾ, ਉਦੋਂ ਡਿਸਾਈਡ ਹੋਊ। ਬੇਲ ਦੇਣ ਦੇ ਵਿੱਚ ਸਿਰਫ ਇੰਨੀ ਕੀ ਜਿਹੜੀ ਹੁੰਦੀ ਹੈ ਕੰਸੀਡਰੇਸ਼ਨ ਇਹ ਹੋਣੀ ਚਾਹੀਦੀ ਹੈ ਕੋਰਟ ਦੀ ਕਿ ਇਹ ਜਿਹੜਾ ਵਿਅਕਤੀ ਹੈ ਇਹ ਬਾਹਰ ਜਾ ਕੇ ਜਾਂਚ ਨੂੰ ਪ੍ਰਭਾਵਿਤ ਕਰੂਗਾ, ਕਿ ਉਹ ਗਵਾਹਾਂ ਤੇ ਦਬਾਅ ਪਾਊਗਾ, ਗਵਾਹਾਂ ਨੂੰ ਮੁਕਰਾਉਣ ਦੀ ਕੋਸ਼ਿਸ਼ ਕਰੂਗਾ, ਜਾਂ ਕਾਨੂੰਨ ਦੀ ਜਿਊਰਿਸਡਿਕਸ਼ਨ ਹੈ ਜਾਂ ਕਾਨੂੰਨ ਦੀ ਜਿਹੜੀ ਪਹੁੰਚ ਹੈ ਜੀ ਉਸ ਤੋਂ ਬਾਹਰ ਭੱਜਣ ਦੀ ਕੋਸ਼ਿਸ਼ ਕਰੂਗਾ। ਸੋ ਜੇ ਕੋਰਟ ਨੂੰ ਇਹ ਲੱਗਦਾ ਹੈ ਕਿ ਉਹ ਜਾਂਚ ਨੂੰ ਪ੍ਰਭਾਵਿਤ ਕਰਨ ਦੇ ਜਿਹੜੇ ਹੈ ਉਹ ਨਹੀਂ ਸਮਰੱਥਾ ਜਾਂ ਉਹ ਨਹੀਂ ਕਰੂਗਾ ਜਾਂ ਉਸ ਦਾ ਪੁਰਾਣਾ ਕੋਈ ਕ੍ਰਿਮੀਨਲ ਰੈਕਡ ਨਹੀਂ ਤੇ ਇਹ ਲੱਗਦਾ ਹੈ ਕਿ ਉਹ ਭੱਜ ਕੇ ਕਿਤੇ ਲੁਕੂਗਾ ਨਹੀਂ ਕਾਨੂੰਨ ਦੀ ਹੱਦ ਤੋਂ ਬਾਹਰ, ਜਿਊਰਿਸਡਿਕਸ਼ਨ ਤੋਂ ਬਾਹਰ, ਤਾਂ ਜਿਹੜੀ ਬੇਲ ਹੈ ਉਹ ਦੇਣੀ ਬਣਦੀ। ਪਰ ਇਸ ਤੋਂ ਉਲਟ ਸੁਪਰੀਮ ਕੋਰਟ ਨੇ ਮਨੀਸ਼ ਸਿਸੋਦੀਆ ਦੀ ਜਿਹੜੀ ਬੇਲ ਹੈ ਉਸ ਨੂੰ ਰਿਜੈਕਟ ਕਰਨ ਦਾ ਆਧਾਰ ਇਹ ਬਣਾਇਆ ਕਿ 300 ਕਰੋੜ 338 ਕਰੋੜ ਜਾਂ ਜਿੰਨੀ ਵੀ ਰਕਮ ਹੈ ਉਸ ਦਾ ਲੈਣ ਦੇਣ ਹੋਇਆ, ਇਸ ਲਈ ਅਸੀਂ ਬੇਲ ਰਿਜੈਕਟ ਕਰਦੇ ਹਾਂ। ਸੋ ਇੱਕ ਜਿਹੜਾ ਇਹ ਗਰਾਊਂਡ ਕੰਪਲੀਟਲੀ ਜਿਹੜਾ ਬੇਲ ਲਾਅ ਨੂੰ ਜਿਹੜਾ ਹੈ ਇਹ ਗਲਤ ਜਜਮੈਂਟਸ ਜਿਹੜੀਆਂ ਨੇ ਪ੍ਰਭਾਵਿਤ ਕਰਦੀਆਂ। ਹਾਂਜੀ, ਜਿਹੜੀਆਂ ਕਾਨੂੰਨ ਦੇ ਜਾਂ ਤਾਂ ਕਹਿ ਲਈਏ ਕਿ ਹੁਣ ਜੱਜ ਸਾਹਿਬਾਨ ਦੇ ਅੱਗੇ ਜਿਹੜਾ ਕੇਸ ਲਾਅ ਨਹੀਂ ਵਕੀਲਾਂ ਨੇ ਰੱਖਿਆ ਵੀ ਇਹ ਵੀ ਨਹੀਂ ਲੱਗਦਾ ਕਿਉਂਕਿ ਵੱਡੇ ਵੱਡੇ ਵਕੀਲ ਉਸ ਦੇ ਵਿੱਚ ਸੀਗੇ, ਉਹਨਾਂ ਨੇ ਜੱਜ ਸਾਹਿਬ ਨੂੰ ਦੱਸਿਆ ਹੋਊਗਾ ਵੀ ਬੇਲ ਜਿਹੜੀ ਹੈ ਜਿਹੜੀ ਰੈਗੂਲਰ ਬੇਲ ਹੈ ਉਹ ਕਿਸ ਗਰਾਊਂਡ ਤੇ ਹੁੰਦੀ ਹੈ। 438 CRPC ਕੀ ਕਹਿੰਦਾ ਹੈ, 437 ਜਿਹੜਾ CRPC ਹੈ ਉਹ ਕੀ ਕਹਿੰਦਾ ਹੈ, 439 CRPC ਕੀ ਕਹਿੰਦਾ ਹੈ, ਜਿਹੜੇ ਸਾਰੇ ਬੇਲ ਦੇ ਨਾਲ ਸੰਬੰਧਿਤ ਧਾਰਾਵਾਂ ਨੇ। 439 ਹੈ ਜਿਹਦੇ 'ਚ ਰੈਗੂਲਰ ਬੇਲ ਹੁੰਦੀ ਹੈ। ਉਹ ਸਭ ਦੇ ਬਾਵਜੂਦ ਜਿਹੜੀ ਹੈ ਇੱਕ ਨਵਾਂ ਗਰਾਊਂਡ ਜਿਹੜਾ ਇਹ ਕ੍ਰੀਏਟ ਕਰ ਦੇਣਾ, ਜਿਹੜੇ ਕੇਸ ਦੇ ਮੈਰਿਟਸ ਨੂੰ ਕੰਸੀਡਰ ਕਰਨਾ ਬੇਲ ਐਪਲੀਕੇਸ਼ਨ ਦੇ ਵਿੱਚ, ਇਹ ਮੈਂ ਸਮਝਦਾ ਵੀ ਜਿਹੜਾ ਬੇਲ ਲਾਅ ਹੈ, ਜਿਹੜਾ ਐਸਟੈਬਲਿਸ਼ ਲਾਅ ਹੈ, ਉਹਦੀ ਖਿਲਾਫ ਵਰਜ਼ੀ ਹੈ, ਉਸ ਨੂੰ ਪਿੱਛੇ ਖਿੱਚਣ ਵਾਲੀ ਗੱਲ ਹੈ ਜਾਂ ਗਲਤ ਦਿਸ਼ਾ ਦੇਣ ਵਾਲੀ ਗੱਲ ਹੈ। ਸੋ ਮੈਂ ਇਹ ਚਾਹੁੰਦਾ ਜਾਂ ਮੈਂ ਸਮਝਦਾ ਵੀ ਮਾਣਯੋਗ ਚੀਫ ਜਸਟਿਸ ਨੂੰ ਇੱਕ 5 ਜੱਜਾਂ ਦਾ ਬੈਂਚ ਬਣਾ ਕੇ ਜਿਹੜੀਆਂ ਸਾਰੀਆਂ 2 ਜੱਜਮੈਂਟਸ ਆਈਆਂ ਨੇ 2 ਜੱਜਾਂ ਦੀਆਂ, ਇਹਨਾਂ ਨੂੰ ਜਿਹੜਾ ਰੈਫਰ ਹੈ, ਇਹਨਾਂ ਦੀ ਜਿਹੜੀ ਅਪੀਲ ਹੈ ਜਾਂ ਇਹਨਾਂ ਦੀ ਜਿਹੜੀ ਰਿਵੀਜ਼ਨ ਜਾਂ ਕਿਊਰੇਟਿਵ ਪਟੀਸ਼ਨ, ਕੋਈ ਵੀ ਲੀਗਲ ਜਿਹੜਾ ਇੰਸਟਰੂਮੈਂਟ ਇਸਤੇਮਾਲ ਕਰਦੇ ਹੋਏ ਜਾਂ ਸੂ ਮੋਟੋ ਆਪ ਹੀ ਜਿਹੜੇ ਇਹ ਸਾਰੇ ਡਿਸਾਈਡਡ ਮੈਟਰ ਹੈ, ਇਹਨਾਂ ਨੂੰ 5 ਜੱਜਾਂ ਦਾ ਜਿਹੜਾ ਕੌਂਸਟੀਟਿਊਸ਼ਨਲ ਜਿਹੜਾ ਸੰਵਿਧਾਨਕ ਬੈਂਚ ਹੈ ਉਸ ਦੇ ਕੋਲ ਰੈਫਰ ਕਰਕੇ ਜਿਹੜਾ ਬੇਲ ਲਾਅ ਹੈ 2024 ਦੇ ਵਿੱਚ ਜਿਹੜਾ ਬੇਲ ਲਾਅ ਕੀ ਹੈ ਉਸ ਦੇ ਉੱਤੇ ਜੱਜਮੈਂਟ ਪਾਸ ਕਰਕੇ ਉਸ ਨੂੰ ਕਲੀਅਰ ਐਸਟੈਬਲਿਸ਼ ਕਰ ਦੇਣਾ ਚਾਹੀਦਾ ਹੈ। ਬਿਲਕੁਲ ਸਾਰੇ ਛੋਟੀਆਂ ਅਦਾਲਤਾਂ ਦੇ ਲਈ ਵੀ, ਜ਼ਿਲ੍ਹਾ ਅਦਾਲਤਾਂ ਦੇ ਲਈ ਵੀ, ਹਾਈ ਕੋਰਟਸ ਦੇ ਲਈ ਵੀ ਤੇ ਸੁਪਰੀਮ ਕੋਰਟ ਦੇ ਲਈ ਵੀ, ਤਾਂ ਕਿ ਜਿਹੜੀਆਂ ਇਹ ਗਲਤ ਜੱਜਮੈਂਟਸ ਵਿੱਚ ਆ ਚੁੱਕੀਆਂ ਨੇ
ਜਿਹੜੀ ਜਿਸ ਨੂੰ ਅਸੀਂ ਕਈ ਵਾਰ ਪਾਰ ਇਨਕਿਊਰੀਅਮ ਕਹਿ ਦਿੰਦੇ ਹਾਂ ਕਿ ਕਾਨੂੰਨ ਦੀ ਜਿਹੜੀ ਹੈ ਅਣਦੇਖੀ ਕਰਕੇ ਜਿਹੜੀ ਜੱਜਮੈਂਟ ਪਾਸ ਕੀਤੀ ਗਈ ਹੋਵੇ, ਉਸ ਨੂੰ ਪਾਰ ਇਨਕਿਊਰੀਅਮ ਡਿਕਲੇਅਰ ਕਰਕੇ ਇਹਨਾਂ ਸਾਰੀਆਂ ਜੱਜਮੈਂਟਸ ਨੂੰ ਇੱਕ ਨਵਾਂ ਸੰਵਿਧਾਨਕ ਬੈਂਚ ਦੇ ਕੋਲੋਂ ਜੱਜਮੈਂਟ ਪਾਸ ਕਰਾਈ ਜਾਵੇ, ਤਾਂ ਕਿ ਫਿਰ ਉਸ ਜੱਜਮੈਂਟ ਦੀ ਕੋਈ ਜਿਹੜੀ ਹੈ ਉਹ ਖਿਲਾਫ ਅਰਜ਼ੀ ਉਸ ਲਈ ਤੇ ਚੱਲੇ ਮੁੜ ਕੇ ਸਾਰਾ ਕੰਮ ਚੱਲੇ। ਹਾਂਜੀ, ਉਸ ਜੱਜਮੈਂਟ ਦੀ ਕੋਈ ਖਿਲਾਫ ਅਰਜ਼ੀ ਨਾ ਕਰੇ ਫਿਰ ਜਿਹੜੇ 5 ਜੱਜਾਂ ਦੇ ਜਿਹੜੇ ਇੱਕ ਨਿਆਇਕ ਬੈਂਚ ਦੀ ਜਿਹੜੀ ਜੱਜਮੈਂਟ ਆ ਜਾਊਗੀ। ਹੁਣ ਜਿਹੜੀਆਂ ਜ਼ਿਲ੍ਹਾ ਅਦਾਲਤਾਂ ਨੇ ਭੰਮ ਸਾਹਿਬ, ਮੈਂ ਉਹਨਾਂ ਦੀ ਜਿਹੜੀ ਕਾਰਜ ਪ੍ਰਣਾਲੀ ਹੈ ਜਿਹੜੀ ਮੈਂ ਉਹਨਾਂ ਤੇ ਵੀ ਗੱਲ ਕਰੂੰਗਾ ਵੀ ਉੱਥੇ ਜਿਹੜੀ ਬੇਲ ਹੈ ਉਹ ਕਿਉਂ ਨਹੀਂ ਮਿਲਦੀ। ਜੀ ਗਿੱਲ ਸਾਹਿਬ, ਇਸ ਵਿਸ਼ੇ ਦੇ ਵਿੱਚ ਜਿਹੜੀ ਜ਼ਿਲ੍ਹਾ ਅਦਾਲਤਾਂ ਦੀ ਕਾਰਜ ਪ੍ਰਣਾਲੀ ਹੈ ਉਹ ਕੀ ਕਹਿੰਦੀ ਹੈ? ਭੰਮ ਸਾਹਿਬ, ਜਿਹੜੀਆਂ ਜ਼ਿਲ੍ਹਾ ਅਦਾਲਤਾਂ ਨੇ ਉਹਨਾਂ ਦੇ ਕੋਲੇ ਬੇਲ ਲੈਣ ਦੀ ਬਹੁਤ ਪਾਵਰ ਹੈ ਜੀ। ਜਿਹੜੀ ਰੈਗੂਲਰ ਬੇਲ ਹੈ ਜੀ 439 ਜੀ, ਉਸ ਦੀ ਪਾਵਰ ਤਾਂ ਜਿਹੜੀ ਉਹ ਮੈਜਿਸਟ੍ਰੇਟ ਦੇ ਕੋਲ ਹੈ ਜੀ। ਜਿਹੜੀ ਐਂਟੀਸਪੇਟਰੀ ਬੇਲ ਦੀ ਪਾਵਰ ਹੈ ਜੀ ਉਹ ਸੈਸ਼ਨ ਜੱਜ ਦੇ ਕੋਲ ਹੈ। ਆਮ ਤੌਰ ਤੇ ਹੁੰਦੀ ਨਹੀਂ, ਸੈਸ਼ਨ ਜਿਹੜਾ ਹਾਈ ਕੋਰਟ ਤੋਂ ਉਹਰਾ ਕਰਦਾ ਹੀ ਨਹੀਂ ਹੈ ਨਾ, ਬਹੁਤ। ਇਸੇ ਕਰਕੇ ਚੀਫ ਜਸਟਿਸ ਨੂੰ ਜਿਹੜੀ ਹੈ ਉਹ ਬਿਆਨ ਦੇਣਾ ਪਿਆ ਜੀ। ਹਾਲਾਂਕਿ ਲਾਅ ਦੇ ਵਿੱਚ ਤਾਂ ਇਹ ਵੀ ਪ੍ਰੋਵੀਜ਼ਨ ਹੈ ਕਿ ਜਿਹੜਾ ਸਟੇਸ਼ਨ ਹਾਊਸ ਆਫੀਸਰ ਹੈ ਜੀ, SHO ਹੈ ਜੀ, ਥਾਣੇ ਦਾ ਇੰਚਾਰਜ ਹੈ, ਉਹ ਨਾਨ ਬੇਲੇਬਲ ਆਫੈਂਸ ਦੇ ਵਿੱਚ ਇੱਕ SHO ਬੇਲ ਲੈ ਸਕਦਾ ਹੈ ਜੇ ਲੈਣੀ ਚਾਹਵੇ ਜੀ। 437 ਜਿਹੜੀ ਧਾਰਾ ਹੈ CRPC ਦੀ, ਉਸ ਦੇ ਅਧੀਨ ਜੀ। ਪਰ ਅਜਿਹਾ ਹੁੰਦਾ ਨਹੀਂ ਦਿਸਦਾ। ਹੁੰਦਾ ਇਸ ਲਈ ਨਹੀਂ ਦਿਸਦਾ ਕਿ ਪ੍ਰੈਕਟੀਕਲੀ ਇੱਕ ਤਾਂ ਦੇਖੋ ਉਹ ਜ਼ਿੰਮੇਵਾਰੀ ਦਾ ਕੰਮ ਹੈ ਜੀ। SHO ਲੈਵਲ ਦਾ ਅਧਿਕਾਰੀ ਜੇ ਬੇਲ ਲੈ ਕੇ ਕਿਸੇ ਨੂੰ ਉਹ ਘਰ ਭੇਜ ਦੂਗਾ, ਕੱਲ ਨੂੰ ਉਹ ਭਗੌੜਾ ਹੋ ਜਾਂਦਾ ਹੈ ਤਾਂ ਜਿਹੜਾ ਉੱਥੇ ਐਲੀਗੇਸ਼ਨ ਉਹਦੇ ਤੇ ਲੱਗਣੇ ਆ ਜਿਹੜੇ ਵੀ ਇਹਨੇ ਪੈਸੇ ਲੈ ਕੇ ਭਜਾ ਦਿੱਤਾ ਜਾਂ ਹੋਰ ਜਿਹੜੀਆਂ ਉਂਗਲਾਂ ਜਿਹੜੀਆਂ ਉਸ ਦੇ ਵੱਲ ਚੱਕੀਆਂ ਜਾਣੀਆਂ ਨੇ, ਤੇ ਹੋ ਸਕਦਾ ਫਿਰ ਕਾਨੂੰਨ ਜਾਂ ਜਿਹੜਾ ਹੈ ਜਿਸ ਤਰ੍ਹਾਂ ਦੀ ਸਿਆਸੀ ਜਿਹੜੀ ਇੰਟਰਫੀਰੈਂਸ ਉੱਥੇ ਹੁੰਦੀ ਹੈ ਭਾਰਤ ਦੇ ਵਿੱਚ, ਬਿਲਕੁਲ, ਤੇ ਉਸ ਦੇ ਕਰਕੇ ਉਸ ਦੀ ਬਦਲੀ ਹੋ ਜਾਵੇ ਜਾਂ ਕੋਈ ਹੋਰ ਨੁਕਸਾਨ ਹੋ ਜਾਵੇ ਜਾਂ ਸੋ ਇਸ ਲਈ ਜਿਹੜੇ ਆਫਿਸਰ ਹੈ ਮੈਂ ਸਮਝਦਾ ਵੀ ਉਹਨਾਂ ਤਾਕਤਾਂ ਦਾ ਜਿਹੜਾ ਉਹ ਇਸਤੇਮਾਲ ਨਹੀਂ ਕਰਦੇ। ਪਰ ਜਿਹੜੇ ਭੰਮ ਸਾਹਿਬ ਛੋਟੇ ਕ੍ਰਾਈਮ ਹੈ ਉਹ ਪੋਲੀਟੀਕਲ ਲੈਵਲ ਦੇ ਉੱਤੇ ਜਾਂ CM ਜਾਂ ਹੋਮ ਮਿਨਿਸਟਰ ਦੇ ਲੈਵਲ ਦੇ ਉੱਤੇ ਹਦਾਇਤਾਂ ਜਾਣੀਆਂ ਚਾਹੀਦੀਆਂ ਨੇ। ਜੇ ਇਹ ਤੁਸੀਂ ਜੁਡੀਸ਼ੀਅਲ ਸਿਸਟਮ ਦੇ ਉੱਤੋਂ ਬੋਝ ਘਟਾਉਣਾ ਹੈ ਤੇ ਵੀ ਜਿਹੜੇ ਮਾਈਨਰ ਕ੍ਰਾਈਮ ਨੇ, ਕਿਉਂਕਿ ਹੁਣ ਤਾਂ ਜਿਹੜਾ ਹਰੇਕ ਕੇਸ ਦੇ ਵਿੱਚ ਜਿਹੜਾ ਸਿਸਟਮ ਹੈ ਉਹ ਮਕੈਨੀਕਲੀ ਚੱਲਦਾ ਹੈ, ਮਸ਼ੀਨ ਦੇ ਵਾਂਗੂ, ਵੀ ਬੰਦੇ ਨੂੰ ਅਰੈਸਟ ਕੀਤਾ ਤੇ ਰਿਮਾਂਡ ਲਈ ਤੇ ਜੇਲ੍ਹ ਭੇਜਿਆ। ਉਹਦੇ ਵਿੱਚ ਇਹ ਹਦਾਇਤ ਹੋਵੇ ਕਿ ਜਿਹੜੇ ਛੋਟੇ ਕ੍ਰਾਈਮ ਨੇ, ਜਿਸ ਤਰ੍ਹਾਂ ਇੱਥੇ ਪੁਲਿਸ ਹੈ ਜਿਹੜੀ ਨੋਟਿਸ ਟੂ ਅਪੀਅਰ ਦੇ ਕੇ ਬੰਦੇ ਨੂੰ ਚਾਰਜ ਕਰਕੇ ਉਹ ਛੱਡ ਦਿੰਦੀ ਹੈ ਵੀ ਇੰਨੀ ਤਰੀਕ ਨੂੰ ਤੂੰ ਅਦਾਲਤ ਦੇ ਵਿੱਚ ਅਪੀਅਰ ਹੋਈ। ਸੋ ਇਸੇ ਤਰ੍ਹਾਂ ਜਿਹੜੇ ਮਾਈਨਰ ਕੋਈ ਕ੍ਰਾਈਮ ਨੇ ਉਹਨਾਂ ਦੇ ਵਿੱਚ ਜਿਹੜਾ ਹੈ ਇਸ ਤਰ੍ਹਾਂ ਦੀ ਜਿਹੜੀ ਸਿਸਟਮ ਦੇ ਉੱਤੇ ਜਿਹੜਾ ਬੋਝ ਹੈ ਉਹ ਨਹੀਂ ਪਾਉਣਾ ਚਾਹੀਦਾ। ਤਾਂ ਉਹ ਹਦਾਇਤਾਂ ਜਿਹੜੀਆਂ ਉਹ ਹੋਮ ਮਿਨਿਸਟਰੀ ਤੋਂ ਹੋਣੀਆਂ ਚਾਹੀਦੀਆਂ ਨੇ। ਜੇਲ੍ਹਾਂ ਦੇ ਉੱਤੇ ਕਿੰਨਾ ਬੁਰਾ ਪ੍ਰਭਾਵ ਪੈ ਰਿਹਾ ਜੀ, ਜਿੱਥੇ 400 ਦੀ ਕਪੈਸਿਟੀ ਹੈ ਉੱਥੇ 1200 ਲੋਕ ਸਾਰੇ ਅੰਡਰ ਟ੍ਰਾਇਲਸ, ਇਹਨਾਂ ਦਾ ਜਿਹੜਾ ਹਜੇ ਤੱਕ ਜੁਰਮ ਸਾਬਤ ਨਹੀਂ ਹੋਇਆ, ਉਹ ਜੇਲ੍ਹਾਂ ਦੇ ਵਿੱਚ ਜਿਹੜੇ ਅੰਡਰ ਟ੍ਰਾਇਲਸ, ਖਾਸ ਤੌਰ ਤੇ ਜਿਹੜਾ ਗਰੀਬ ਤਬਕਾ ਸਮਾਜ ਦਾ ਜਿਹੜਾ ਜ਼ਮਾਨਤ ਨਹੀਂ ਕਰਵਾ ਸਕਦਾ ਆਪਣੀ, ਉਹ ਜੇਲ੍ਹਾਂ ਦੇ ਵਿੱਚ ਉਹ ਜਿਹੜਾ ਹੈ ਉਹ ਆਪਣੀ ਜ਼ਿੰਦਗੀ ਖਰਾਬ ਕਰ ਰਿਹਾ ਹੈ। ਸੋ ਉੱਥੇ ਜੇ ਇਹ ਥਾਣੇਦਾਰਾਂ ਨੂੰ ਇਹ ਹਦਾਇਤ ਹੋਵੇ ਹੋਮ ਮਿਨਿਸਟਰੀ ਦੇ ਲੈਵਲ ਤੋਂ ਕਿ ਤੁਸੀਂ ਜਿਹੜੇ ਮਾਈਨਰ ਕ੍ਰਾਈਮ ਹੈ ਕੋਈ, ਇਹਨਾਂ ਦੇ ਵਿੱਚੋਂ ਜਿਹੜੀ ਤੁਸੀਂ ਥਾਣੇ ਦੇ ਲੈਵਲ ਦੇ ਉੱਤੇ ਬੇਲ ਲੈਣੀ ਸ਼ੁਰੂ ਕਰੋ, ਤਾਂ ਅੱਧਾ ਬੋਝ ਜਿਹੜਾ ਹੈ ਉਹ ਜੁਡੀਸ਼ਰੀ ਤੋਂ ਘਟ ਜਾਵੇ ਜੀ। ਫਿਰ ਜੇ ਅਸੀਂ ਅਦਾਲਤਾਂ ਦੀ ਗੱਲ ਕਰੀਏ, ਜੇ ਅਦਾਲਤਾਂ ਦੀ ਗੱਲ ਕਰਦੇ ਹਾਂ ਭੰਮ ਸਾਹਿਬ, ਜਿਹੜੀ ਲੋਅਰ ਜੁਡੀਸ਼ਰੀ ਹੈ ਉਹਦੇ ਉੱਤੇ ਦਬਾਅ ਇੰਨਾ ਹੈ ਹਾਇਰ ਕੋਰਟਸ ਦਾ। ਜਿਹੜੀ ਹਾਈ ਕੋਰਟ ਹੈ ਉਹਦੀ ਇਨਸਪੈਕਸ਼ਨ ਦਾ ਜਿਹੜਾ ਇੰਨਾ ਉੱਥੇ ਦਹਿਸ਼ਤ ਹੈ ਲੋਅਰ ਜੁਡੀਸ਼ਰੀ ਦੇ ਜੱਜਸ ਦੇ ਵਿੱਚ ਕਿ ਉਹ ਜਿਹੜੇ ਹਮੇਸ਼ਾ ਉਹ ਸੇਫ ਖੇਡਣਾ ਚਾਹੁੰਦੇ ਨੇ, ਬਈ ਇੱਥੋਂ ਰਿਜੈਕਟ ਕਰ ਦਿਓ ਵੀ ਆਪੇ ਹਾਈ ਕੋਰਟ ਤੋਂ ਜਿਹੜੇ ਆਪਦੇ ਗਲੋਂ ਗੁਲਾਮਾਂ ਲਾਉਣ ਵਾਲੀ ਗੱਲ ਜਿਹੜਾ ਇਹ ਦੇਖਦੇ ਰਹਿਣਗੇ। ਸੋ ਪਰ ਜਿਹੜੇ ਕੁਝ ਜਿਹੜੇ ਬਹੁਤ ਫੇਅਰ ਜੱਜਸ ਨੇ, ਜਿਹੜੇ ਬਹੁਤ ਚੰਗਾ ਕੰਮ ਕਰਦੇ ਨੇ ਤੇ ਜਿਹੜਾ ਦਲੇਰੀ ਦੇ ਨਾਲ ਕੰਮ ਕਰਦੇ ਨੇ, ਉਹ ਬੇਲ ਕਰਦੇ ਵੀ ਨੇ ਤੇ ਉਹਦੇ ਵਿੱਚ ਕੋਈ ਉਹਨਾਂ ਦਾ ਨੁਕਸਾਨ ਵੀ ਨਹੀਂ ਹੁੰਦਾ। ਉਹ 438 ਚ ਐਂਟੀਸਪੇਟਰੀ ਬੇਲ ਵੀ ਕਰਦੇ ਨੇ, ਈਵਨ 302, 307, 376 ਵਰਗੇ ਜਿਹੜੇ ਸੰਗੀਨ ਅਪਰਾਧ ਹੈ ਉਹਨਾਂ ਦੇ ਵਿੱਚ ਵੀ ਉਹ ਕਰਦੇ ਨੇ, ਜਿੱਥੇ ਉਹਨਾਂ ਨੂੰ ਲੱਗੇ ਵੀ ਬੇਲ ਜਿਹੜੀ ਹੈ ਲੈਣੀ ਬਣਦੀ ਹੈ।
ਤਾਂ ਉੱਥੇ ਉਹ ਬੇਲ ਕਰਦੇ ਨੇ, ਪਰ ਮੈਜੋਰਟੀ ਨਹੀਂ ਕਰਦੀ। ਜਿਹੜੀ ਮੈਜੋਰਟੀ ਹੈ ਉਹਨਾਂ ਨੇ ਤਾਂ ਸਿਰਫ ਇਹ ਦੇਖਣਾ ਵੀ ਧਾਰਾ ਕਿਹੜੀ ਲੱਗੀ ਹੈ। ਜੇ 307 302 ਲੱਗੀ ਹੈ ਤੋੜ ਦਿਓਗਾ, ਫਾਈਲ ਖੋਲ ਕੇ ਵੀ ਨਹੀਂ ਦੇਖਣੀ, ਮਤਲਬ ਹੀ ਨਹੀਂ ਬੇਲ ਦਾ। ਬਿਲਕੁਲ, ਉਹ ਹਾਈ ਕੋਰਟ ਸੁਪਰੀਮ ਕੋਰਟ ਤੋਂ ਜਾ ਕੇ ਫਿਰ ਉਹ ਬੇਲ ਲੈਣੀ ਪੈਂਦੀ ਹੈ ਲੋਕਾਂ ਨੂੰ। ਸੋ ਇਸ ਕਰਕੇ ਭੰਮ ਸਾਹਿਬ ਜਿਹੜੀ ਹੈ ਇਹ ਚੀਜ਼ ਉਹ ਬਦਲਦਾ ਜਾ ਰਿਹਾ, ਜਿਹੜਾ ਕਾਨੂੰਨੀ ਸੰਦਰਭ ਹੈ। ਇਸ ਦੇ ਲਈ ਜਿਹੜੇ ਚੀਫ ਜਸਟਿਸ ਹੈ ਉਹਨਾਂ ਨੂੰ ਇਹ ਗੱਲ ਕਹਿਣੀ ਪਈ ਹੈ, ਕਿਉਂਕਿ ਹੁਣ ਖੁਦ ਉਹ ਇੰਨਾ ਬਰਡਨ ਹਾਇਰ ਜੁਡੀਸ਼ਰੀ ਦੇ ਉੱਤੇ ਪੈ ਰਿਹਾ। ਸੋ ਜਿਹੜਾ ਕ੍ਰਿਮੀਨਲ ਜਸਟਿਸ ਸਿਸਟਮ ਥੱਲੇ ਹੈ, ਜਿਹੜਾ ਰਾਈਟ ਫਰੋਮ ਦਾ ਸਟੇਸ਼ਨ ਹਾਊਸ ਆਫਿਸਰ, ਥਾਣੇਦਾਰ ਤੋਂ ਲੈ ਕੇ ਇੱਕ ਜੁਡੀਸ਼ੀਅਲ ਮੈਜਿਸਟ੍ਰੇਟ ਤੋਂ ਲੈ ਕੇ ਸੈਸ਼ਨ ਜੱਜ ਤੱਕ, ਇਹ ਉਹਨਾਂ ਨੂੰ ਪ੍ਰੇਰਿਤ ਕੀਤਾ ਜਾਣਾ ਚਾਹੀਦਾ ਕਿ ਇਹ ਜਿਹੜੇ ਮਸਲੇ ਹੈ ਤੁਸੀਂ ਆਪਣੇ ਪੱਧਰ ਦੇ ਉੱਤੇ ਨਿਪਟਾਓ, ਤੇ ਜੋ ਉਹਨਾਂ ਦੇ ਕੰਸਰਨਸ ਹੈ ਕਿ ਉਹਨਾਂ ਨੂੰ ਜਿਹੜਾ ਹਾਇਰ ਜੁਡੀਸ਼ਰੀ ਤੇ ਜਿਹੜੀ ਗ੍ਰਹਿ ਵਿਭਾਗ ਹੈ ਉਹ ਹੱਲ ਕਰਕੇ ਉਹਨਾਂ ਨੂੰ ਐਮਪਾਵਰ ਕਰੇ ਕਿ ਤੁਸੀਂ ਜੋ ਕਾਨੂੰਨ ਦੇ ਵਿੱਚ ਤੁਹਾਨੂੰ ਤਾਕਤਾਂ ਦਿੱਤੀਆਂ ਨੇ ਤੁਸੀਂ ਉਹਨਾਂ ਦਾ ਇਸਤੇਮਾਲ ਕਰੋ, ਤੇ ਜਿਹੜਾ ਬੇਲ ਇਜ਼ ਦਾ ਰੂਲ ਐਂਡ ਜੇਲ ਇਜ਼ ਦਾ ਐਕਸੈਪਸ਼ਨ, ਜਿਹੜਾ ਉਸ ਪ੍ਰਿੰਸੀਪਲ ਦੇ ਅਕੋਰਡਿੰਗ ਜਿਹੜੀ ਹੈ ਆਪਣੀ ਕਾਰਜ ਪ੍ਰਣਾਲੀ ਜਿਹੜੀ ਉਹ ਅੱਗੇ ਤੋਰੋ। ਜੀ, ਚਲੰਤ ਮਾਮਲੇ ਦੇ ਵਿੱਚ ਸਵਾਗਤ ਹੈ ਗਿੱਲ ਸਾਹਿਬ। ਚਲੰਤ ਮਾਮਲੇ ਵਿੱਚ ਅਸੀਂ ਜ਼ਿਕਰ ਕਰਦੇ ਹਾਂ ਵੀ ਜਿਹੜਾ ਕੇਂਦਰ ਸਰਕਾਰ ਨੇ ਨਹੀਂ ਕਿ ਅਸੀਂ ਕਹਿ ਲਈਏ ਕਿ ਭਾਜਪਾ ਨੇ ਜਿਹੜੇ ਆਉਣ ਵਾਲੇ ਇਲੈਕਸ਼ਨ ਹੈ ਜਿਨ੍ਹਾਂ ਦੇ ਹਜੇ ਤਾਈਂ ਅਨਾਉਂਸ ਨਹੀਂ ਹੋਈ ਡੇਟ, ਉਹਦੇ ਸੰਬੰਧ ਵਿੱਚ ਅਗਾਊਂ ਇੱਕ ਲਿਸਟ ਜਾਰੀ ਕਰਤੀ ਟਿਕਟਾਂ ਦੀ, ਟਿਕਟਾਂ ਅਨਾਉਂਸ ਕੀਤੀਆਂ ਨੇ। ਉਹ ਲਿਸਟ ਜਿਹੜੀ ਹੈ ਉਹ ਕੀ ਕਹਿੰਦੀ ਹੈ ਜੀ, ਔਰ ਉਹ ਕਿਸ ਤਰ੍ਹਾਂ ਦਾ ਪ੍ਰਭਾਵ ਜਿਹੜਾ ਉਹ ਮਤਲਬ ਕਿ ਪਾਊਗੀ, ਜਾਂ ਪਾਰਟੀ ਬਾਰੇ ਕਿਸ ਤਰ੍ਹਾਂ ਦਾ ਵਿਚਾਰ ਬਣਦੇ ਲੋਕਾਂ ਦੇ? ਭੰਮ ਸਾਹਿਬ, ਇਹ ਪਹਿਲੀ ਸੂਚੀ ਜਿਹੜੀ ਭਾਰਤੀ ਜਨਤਾ ਪਾਰਟੀ ਨੇ ਆਪਣੇ ਕੈਂਡੀਡੇਟਸ ਦੀ ਅਨਾਉਂਸ ਕੀਤੀ ਹੈ ਜੀ, ਜਿਹੜੀਆਂ ਆਉਣ ਵਾਲੀਆਂ ਲੋਕ ਸਭਾ ਚੋਣਾਂ ਦੇ ਵਿੱਚ ਜੀ। ਸੋ ਜਿਸ ਤਰ੍ਹਾਂ ਕਿਹਾ ਜਾ ਰਿਹਾ ਸੀ ਕਿ 100 ਦੇ ਕਰੀਬ ਜਾਂ 100 ਤੋਂ ਜ਼ਿਆਦਾ ਜਿਹੜੇ ਸਿਟਿੰਗ ਐਮਪੀ ਹੈ ਉਹਨਾਂ ਦੀ ਟਿਕਟ ਕੱਟੀ ਜਾ ਸਕਦੀ ਹੈ। ਸੋ ਅਜਿਹਾ ਕੁਝ ਦੇਖਣ ਨੂੰ ਮਿਲ ਰਿਹਾ ਹੈ, ਕੁਝ ਕੰਟੀਨਿਊਟੀ ਦੇਖਣ ਨੂੰ ਮਿਲ ਰਹੀ ਹੈ ਜੀ, ਤੇ ਬਹੁਤ ਸਾਰੇ ਵੱਡੇ ਪੱਧਰ ਦੇ ਉੱਤੇ ਜਿਹੜੇ ਸਿਟਿੰਗ ਐਮਪੀਜ਼ ਦੀਆਂ ਟਿਕਟਾਂ ਕੱਟੀਆਂ ਵੀ ਜਾ ਰਹੀਆਂ। ਸੋ ਇਹਦੇ ਵਿੱਚ ਕਈ ਤਰ੍ਹਾਂ ਦੇ ਟ੍ਰੈਂਡ ਜਿਹੜੇ ਹੈ ਉਹ ਦੇਖਣ ਨੂੰ ਸਾਹਮਣੇ ਆਏ ਹੈ। ਸਭ ਤੋਂ ਪਹਿਲਾਂ ਤਾਂ ਜਿਹੜੀਆਂ ਚੋਣਾਂ ਨੇ ਉਹ ਅਪ੍ਰੈਲ ਦੇ ਵਿੱਚ ਜਿਹੜੀ ਹੋਣ ਦੀ ਸੰਭਾਵਨਾ ਹੈ, ਸੋ ਬਹੁਤਾ ਸਮਾਂ ਵਿੱਚ ਨਹੀਂ ਬਚਦਾ, 1 ਮਹੀਨਾ ਹੀ ਜਿਹੜਾ ਵਿੱਚ ਰਹਿੰਦਾ। ਸੋ ਇਸ ਲਈ ਹੁਣ ਇਹ ਮੈਨੂੰ ਲੱਗਦਾ ਵੀ ਦੂਜੀ ਸੂਚੀ ਜਾਂ ਤੀਜੀ ਸੂਚੀ ਵੀ ਛੇਤੀ ਦੇਖਣ ਨੂੰ ਮਿਲੂਗੀ। ਤੇ ਇੱਕ ਪਹਿਲ ਉਹਨਾਂ ਨੇ ਕੀਤੀ ਹੈ ਜਿਹੜੀ ਆਪੋਜੀਸ਼ਨ ਪਾਰਟੀ ਤੋਂ ਪਹਿਲਾਂ, ਆਪੋਜੀਸ਼ਨ ਨੇ ਹਜੇ ਤੱਕ ਜਿਹੜਾ ਅਲਾਇੰਸ ਆਪਣਾ ਫਾਈਨਲਾਈਜ਼ ਕਰਨਾ ਹੈ ਤੇ ਫਿਰ ਕੈਂਡੀਡੇਟ ਡਿਕਲੇਅਰ ਕਰਨੇ ਆ, ਫਿਰ ਰੌਲਾ ਪੈਣਾ, ਤੇ ਜਦ ਨੂੰ ਇੱਥੇ ਜਿਹੜੇ ਕੈਂਡੀਡੇਟ ਡਿਕਲੇਅਰ ਹੋਣੇ ਆ ਜੋ ਰੌਲਾ ਪੈਣਾ ਉਹ ਫੀਲਡ ਦੇ ਵਿੱਚ ਆ ਜਾਣਗੇ, ਆਪਦਾ ਉਹ ਦਬ ਜਾਣਾ। ਸੋ ਇਸ ਜਿਹੜੀ ਟਿਕਟਾਂ ਦੀ ਇਹ ਵੰਡ ਭਾਜਪਾ ਨੇ ਕੀਤੀ ਹੈ ਭੰਮ ਸਾਹਿਬ, ਸਭ ਤੋਂ ਪਹਿਲਾਂ ਤਾਂ ਉਹਦੇ ਵਿੱਚ ਦੇਖੋ ਕਿ ਜਿਹੜੇ ਜਿਨ੍ਹਾਂ ਦੀ ਟਿਕਟ ਕੱਟੀ ਗਈ ਹੈ ਉਹ ਕੌਣ ਨੇ। ਟਿਕਟ ਕੱਟੇ ਜਾਣ ਵਾਲੇ ਜਿਹੜੇ ਪ੍ਰਮੁੱਖ ਚਿਹਰਿਆਂ ਦੇ ਵਿੱਚੋਂ ਜਿਹੜੇ ਰਾਮਵੀਰ ਸਿੰਘ ਬਦੂੜੀ ਦਿੱਲੀ ਤੋਂ, ਪ੍ਰਵੇਸ਼ ਵਰਮਾ, ਸਾਹਿਬ ਸਿੰਘ ਵਰਮਾ ਦੇ ਜਿਹੜੇ ਲੜਕੇ ਹੈ, ਪਹਿਲਾਂ ਜਿਹੜੇ ਮੁੱਖ ਮੰਤਰੀ ਉਹਨਾਂ ਦੇ ਪਿਤਾ ਰਹੇ ਹੈ ਦਿੱਲੀ ਦੇ, ਉਹਨਾਂ ਦੀ ਟਿਕਟ ਕੱਟੀ ਗਈ ਹੈ, ਤੇ ਸਾਧਵੀ ਪ੍ਰਗਿਆ ਸਿੰਘ ਠਾਕੁਰ ਦੀ ਮੱਧ ਪ੍ਰਦੇਸ਼ ਦੇ ਵਿੱਚੋਂ, ਜਿਹੜੀ ਗਵਾਲੀਅਰ ਦੇ ਵਿੱਚੋਂ, ਉਹਨਾਂ ਦੀ ਟਿਕਟ ਕੱਟੀ ਗਈ। ਸੋ ਭੰਮ ਸਾਹਿਬ, ਇਹਨਾਂ ਤਿੰਨਾਂ ਲੀਡਰਸ ਦੇ ਵਿੱਚ ਜਿਹੜੀ ਕਾਮਨ ਚੀਜ਼ ਹੈ ਉਹ ਇਹ ਹੈ ਕਿ ਉਹ ਮਾਈਨੋਰਟੀਜ਼ ਦੇ ਖਿਲਾਫ ਜਿਹੜੀ ਭੜਕਾਊ ਬਿਆਨਬਾਜ਼ੀ ਕਰਨ ਦੇ ਲਈ ਇਹ ਤਿੰਨੇ ਜਾਣੇ ਜਾਂਦੇ ਸੀ। ਸੋ ਸਾਧਵੀ ਪ੍ਰਗਿਆ ਠਾਕੁਰ ਨੇ ਤਾਂ ਜਿਹੜਾ ਆਜ਼ਾਦ ਭਾਰਤ ਦਾ ਸਭ ਤੋਂ ਪਹਿਲਾ ਅੱਤਵਾਦੀ ਗੋਡਸੇ ਵਰਗੇ ਇੱਕ ਅੱਤਵਾਦੀ ਨੂੰ ਜਿਹੜਾ ਦੇਸ਼ ਭਗਤ ਦਾ ਤਗਮਾ ਦਿੱਤਾ ਸੀ, ਉਸਨੇ ਕਿਹਾ ਸੀ ਗੋਡਸੇ ਦੇਸ਼ ਭਗਤ ਹੈ, ਜਿਸ ਦੇ ਜਵਾਬ ਦੇ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਸੀ ਕਿ ਮੈਂ ਕभी ਦਿਲ ਸੇ इन्हें माफ नहीं करूंगा। ਤੇ ਹੁਣ ਬਿਆਨ ਵੀ ਆਇਆ ਸਾਧਵੀ ਪ੍ਰਗਿਆ ਦਾ ਕਿ ਮੇਰੇ ਸ਼ਾਇਦ ਕੁਝ ਸ਼ਬਦ ਮੋਦੀ ਜੀ ਕੋ ਅੱਛੇ ਨਹੀਂ ਲਗੇ। ਸੋ ਉਹ ਪਹਿਲੇ 6 ਮਹੀਨੇ ਜਾਂ 1 ਸਾਲ ਦੇ ਵਿੱਚ ਹੀ ਜਿਹੜੀ ਪਾਰਟੀ ਹੈ ਉਹ ਸਮਝ ਗਈ ਸੀ ਕਿ ਪ੍ਰਗਿਆ ਠਾਕੁਰ ਨੂੰ ਟਿਕਟ ਦੇ ਕੇ ਉਹਨਾਂ ਨੇ ਗਲਤੀ ਕੀਤੀ ਹੈ।
ਜਿਸ ਤਰ੍ਹਾਂ ਦੀ ਬਿਆਨਬਾਜ਼ੀ ਕਰਕੇ ਉਹ ਪਾਰਟੀ ਨੂੰ ਜਿਹੜਾ ਹੈ ਉਹ ਨੁਕਸਾਨ ਪਹੁੰਚਾ ਰਹੀ ਸੀ ਤੇ ਵੱਡੇ ਲੀਡਰਾਂ ਨੂੰ ਜਿਹੜਾ ਉਹ ਸ਼ਰਮਿੰਦਗੀ ਦਾ ਬਾਇਸ ਉਸਦੇ ਜਿਹੜੇ ਬਿਆਨ ਉਹ ਬਣ ਰਹੇ ਸੀ। ਜਿਸ ਤਰ੍ਹਾਂ ਮਹਾਤਮਾ ਗਾਂਧੀ ਦੇ ਖਿਲਾਫ ਜਿਹੜੀ ਬਿਆਨਬਾਜ਼ੀ ਕਰਨ ਦੀ ਕੋਈ ਲੋੜ ਨਹੀਂ ਸੀ, ਬੇਲੋੜੀ ਬਿਆਨਬਾਜ਼ੀ ਦੇ ਕਰਕੇ ਜਿਹੜੇ ਪ੍ਰਧਾਨ ਮੰਤਰੀ ਨੂੰ ਉਹਦਾ ਜਵਾਬ ਦੇਣਾ ਪਿਆ। ਸੋ ਉਸ ਦੀ ਛੁੱਟੀ ਕੀਤੀ ਗਈ ਹੈ। ਪ੍ਰਵੇਸ਼ ਜਿਹੜਾ ਵਰਮਾ ਹੈ ਇਹ ਵੀ ਭੜਕਾਊ ਬਿਆਨਬਾਜ਼ੀ ਦੇ ਲਈ ਜਾਣਿਆ ਜਾਂਦਾ ਸੀਗਾ ਮੁਸਲਮਾਨਾਂ ਦੇ ਖਿਲਾਫ। ਤੇ ਜਿਹੜਾ ਰਾਮਵੀਰ ਸਿੰਘ ਬਦੂਰੀਆ ਜਿਹੜਾ ਦਿੱਲੀ ਤੋਂ ਹੀ, ਇਸਨੇ ਤਾਂ ਪਾਰਲੀਮੈਂਟ ਦੀ ਜਿਹੜੀ ਮਰਿਆਦਾ ਹੈ ਉਸ ਨੂੰ ਤਾਰ-ਤਾਰ ਕਰਦੇ ਹੋਏ ਇੱਕ ਰਿਸਪੈਕਟਡ ਮੈਂਬਰ ਆਫ ਪਾਰਲੀਮੈਂਟ ਜੋ ਕਿ ਮੁਸਲਮਾਨ ਕਮਿਊਨਿਟੀ ਦੇ ਵਿੱਚੋਂ ਆਉਂਦਾ ਸੀ, ਉਸ ਨੂੰ ਪਾਰਲੀਮੈਂਟ ਦੇ ਵਿੱਚ ਜਿਹੜੀਆਂ ਗਾਲਾਂ ਕੱਢ ਕੇ ਜ਼ਲੀਲ ਕੀਤਾ ਸੀ ਲਾਈਵ। ਜੀ। ਸੋ ਇਹਨਾਂ ਤਿੰਨਾਂ ਦੀ ਟਿਕਟ ਕੱਟ ਕੇ ਭੰਮ ਸਾਹਿਬ ਭਾਰਤੀ ਜਨਤਾ ਪਾਰਟੀ ਘੱਟ ਗਿਣਤੀਆਂ ਨੂੰ ਇਹ ਸੁਨੇਹਾ ਦੇਣਾ ਚਾਹੁੰਦੀ ਹੈ ਜੀ ਕਿ ਜਿਹੜੇ ਉਹਨਾਂ ਦੇ ਖਿਲਾਫ ਜਿਹੜੇ ਬਿਆਨਬਾਜ਼ੀ ਕਰਨ ਵਾਲੇ ਜਾਂ ਇਸ ਤਰ੍ਹਾਂ ਦਾ ਜਿਹੜਾ ਮਾਹੌਲ, ਜਿਹੜਾ ਸੰਪਰਦਾਇਕ ਮਾਹੌਲ ਦੇਸ਼ ਦੇ ਵਿੱਚ ਪੈਦਾ ਕਰਨ ਵਾਲੇ ਜਿਹੜੇ ਲੀਡਰ ਹੈ, ਵੀ ਉਹਨਾਂ ਦੇ ਸਿਰ ਤੇ ਸਾਡਾ ਹੱਥ ਨਹੀਂਗਾ। ਉਹਨਾਂ ਦੇ ਸਿਰ ਤੇ ਸਾਡਾ ਹੱਥ ਨਹੀਂ ਤੇ ਸਾਨੂੰ ਉਹਨਾਂ ਦੀ ਹੁਣ ਚੋਣਾਂ ਜਿੱਤਣ ਦੇ ਲਈ ਕੋਈ ਲੋੜ ਵੀ ਨਹੀਂ। ਸੋ ਜਿਹੜਾ ਫਿਰਕਾ ਪ੍ਰਸਤੀ ਦਾ ਜਿਹੜਾ ਜ਼ਹਿਰ, ਜਿਹੜੇ ਮੈਂ ਸਮਝਦਾ ਵੀ ਚੰਗੀ ਪਹਿਲ ਹੈ ਬਿਲਕੁਲ, ਕਿ ਜਿਹੜੇ ਲੋਕ ਫਿਰਕਾ ਪ੍ਰਸਤੀ ਦਾ, ਕਿਉਂਕਿ ਪ੍ਰਧਾਨ ਮੰਤਰੀ ਮੋਦੀ 2014 ਤੋਂ ਲੈ ਕੇ ਉਹ ਵਿਕਾਸ ਦੇ ਮੁੱਦਿਆਂ ਦੇ ਉੱਤੇ ਚੋਣ ਜਿੱਤੀ ਹੈ। ਉਹਨਾਂ ਨੇ ਆਪਦੇ ਆਪ ਦੀ ਵਿਕਾਸ ਪੁਰਸ਼ ਦੇ ਰੂਪ ਦੀ ਛਵੀ ਦਿਖਾ ਕੇ, ਚਲੋ ਹਿੰਦੂਤਵ ਜਿਹੜੀ ਉਹਨਾਂ ਦੀ ਵਿਚਾਰਧਾਰਾ ਹੈ ਉਹ ਨਾਲ ਨਾਲ ਚੱਲਦੀ ਹੈ, ਪਰ ਇੱਕ ਇਸ ਤਰ੍ਹਾਂ ਜਿਹੜੀ ਘੱਟ ਗਿਣਤੀਆਂ ਨੂੰ ਜ਼ਲੀਲ ਕਰਨਾ, ਭੜਕਾਊ ਭਾਸ਼ਣ ਦੇਣਾ, ਸਮਾਜ ਦੇ ਵਿੱਚ ਜਿਹੜੀ ਹੈ ਉਹ ਬਦਅਮਨੀ ਫੈਲਾਉਣੀ, ਉਹ ਵੀ ਇੱਕ ਮੈਂਬਰ ਆਫ ਪਾਰਲੀਮੈਂਟ ਦੇ ਵੱਲੋਂ, ਮੈਂ ਸਮਝਦਾ ਵੀ ਇਸ ਨੂੰ ਕੱਟ ਕੇ ਇੱਕ ਚੰਗਾ ਸੁਨੇਹਾ ਭਾਰਤੀ ਜਨਤਾ ਪਾਰਟੀ ਨੇ ਦਿੱਤਾ ਹੈ। ਸੋ ਇਸ ਕੈਟੇਗਰੀ ਦੇ ਵਿੱਚ ਜਿਹੜੇ ਇੱਕ ਦੋ ਲੋਕ ਹੋਰ ਹੈ, ਜੇ ਉਹਨਾਂ ਦੀ ਵੀ ਛੁੱਟੀ ਹੁੰਦੀ, ਜੇ ਅਜੇ ਮਿਸ਼ਰਾ ਟੇਨੀ ਦੀ ਵੀ ਛੁੱਟੀ ਹੁੰਦੀ, ਜਿਸ ਦੇ ਲੜਕੇ ਨੇ ਕਿਸਾਨਾਂ ਦੇ ਉੱਤੇ ਜਿਹੜੀ ਜੀਪ ਚੜਾ ਕੇ ਦਰਿੰਦਗੀ ਦਾ ਸਬੂਤ ਦਿੱਤਾ ਸੀ, ਹੁਣ ਫਿਰ ਲਖੀਮਪੁਰ ਤੋਂ ਉਹ ਵੀ ਇੱਕ ਚੰਗਾ ਸੁਨੇਹਾ ਹੋਰ ਕਿਸਾਨਾਂ ਦੇ ਵਿੱਚ ਵੀ ਜਾਂਦਾ। ਬਿਲਕੁਲ, ਕਿ ਜਿਹੜਾ ਆਮ ਲੋਕਾਂ ਦੇ ਨਾਲ, ਗਰੀਬਾਂ ਦੇ ਨਾਲ ਜਿਹੜਾ ਉਹ ਧੱਕਾ ਕਰਦਾ ਹੈ, ਉਸ ਦੇ ਲਈ ਪਾਰਟੀ ਦੇ ਵਿੱਚ ਕੋਈ ਜਗ੍ਹਾ ਨਹੀਂ। ਚਲੋ ਉਸ ਨੂੰ ਟਿਕਟ ਦਿੱਤੀ ਗਈ ਹੈ, ਪਰ ਜਿਹੜਾ ਇੱਕ ਹੋਰ ਜਿਹੜਾ ਦਾਗੀ ਚਿਹਰਾ ਹੈ ਬੀਜੇਪੀ ਦਾ, ਜਿਹੜਾ ਬ੍ਰਿਜ ਭੂਸ਼ਣ ਸ਼ਰਨ ਸਿੰਘ, ਯੂਪੀ ਦੇ ਵਿੱਚ ਉਸਦੇ ਇਰਦ ਗਿਰਦ ਦੀਆਂ ਸਾਰੀਆਂ ਸੀਟਾਂ ਅਨਾਉਂਸ ਹੋ ਗਈਆਂ ਨੇ, ਉਸ ਦੀ ਸੀਟ ਅਨਾਉਂਸ ਨਹੀਂ ਹੋਈ ਹਜੇ ਤੱਕ, ਬ੍ਰਿਜ ਭੂਸ਼ਣ ਸ਼ਰਨ ਸਿੰਘ ਜੀ। ਕਿਉਂਕਿ ਜਿਸ ਤਰ੍ਹਾਂ ਦੇ ਇਲਜ਼ਾਮ ਭੰਮ ਸਾਹਿਬ ਉਸ ਤੇ ਲੱਗੇ ਨੇ, ਛੋਟੀਆਂ ਬੱਚੀਆਂ ਦੇ ਨਾਲ ਜਿਹੜਾ ਜ਼ਬਰ ਜਨਾਹ ਕਰਨ ਦੇ, ਸੋ ਇਸ ਤਰ੍ਹਾਂ ਦੇ ਜਿਹੜੇ ਘਟੀਆ ਇਲਜ਼ਾਮ ਜਿਸ ਦੇ ਉੱਤੇ ਲੱਗੇ, ਹੁਣ ਉਸ ਨੂੰ ਰਾਜਨੀਤਿਕ ਜਾਂ ਪਬਲਿਕ ਜਿਹੜਾ ਲਾਈਫ ਦੇ ਵਿੱਚ ਰਹਿਣ ਦਾ ਉਸ ਨੂੰ ਕੋਈ ਅਧਿਕਾਰ ਹੀ ਨਹੀਂ ਜਦ ਤੱਕ ਕਿ ਜਿਹੜੇ ਜਾਂ ਤਾਂ ਕੋਰਟ ਦੇ ਵੱਲੋਂ ਉਸ ਨੂੰ ਬਰੀ ਕੀਤਾ ਜਾਵੇ। ਦੂਜੀ ਗੱਲ ਹੈ ਜਿਹੜੀ ਉਸਨੇ ਬਿਆਨਬਾਜ਼ੀ ਕੀਤੀ, ਪਾਰਟੀ ਜਿਸ ਗੱਲ ਤੋਂ ਨਾਰਾਜ਼ ਹੈ ਕਿ ਪਾਰਟੀ ਦੇ ਰੋਕਣ ਦੇ ਬਾਵਜੂਦ ਉਸਨੇ ਕੁਸ਼ਤੀ ਸੰਘ ਦੀਆਂ ਜਿਹੜੀਆਂ ਚੋਣਾਂ ਨੇ ਉਸ ਦੇ ਵਿੱਚ ਜਿਹੜਾ ਆਪਣਾ ਬੰਦਾ ਉਸ ਨੂੰ ਜਿਤਾਇਆ ਧੱਕੇ ਦੇ ਨਾਲ, ਤੇ ਉਹ ਜਿੱਤਣ ਤੋਂ ਬਾਅਦ ਭਾਰਤ ਸਰਕਾਰ ਨੇ, ਸਪੋਰਟਸ ਮਿਨਿਸਟਰੀ ਨੇ ਜਿਹੜੀ ਕੁਸ਼ਤੀ ਸੰਘ ਹੈ ਉਸ ਨੂੰ ਵੀ ਭੰਗ ਕਰ ਦਿੱਤਾ। ਚੋਣ ਜਿੱਤਣ ਤੋਂ ਬਾਅਦ ਉਸਨੇ ਇੱਕ ਬਿਆਨ ਦਿੱਤਾ ਸੀ ਭੰਮ ਸਾਹਿਬ, ਬਹੁਤ ਹੰਕਾਰ ਦੇ ਨਾਲ ਚੂਰ ਹੋ ਕੇ, ਕਿ ਦਬਦਬਾ ਥਾ ਹੈ ਔਰ ਰਹੇਗਾ। ਸੋ ਉਸ ਦਾ ਦਬਦਬਾ ਜਿਹੜਾ ਹੈ ਉਹ ਉਸ ਨੂੰ ਹਵਾ ਕੱਢਤੀ ਹੈ ਕਰੇ। ਕੇਂਦਰ ਦੀ ਜਿਹੜੀ ਸਰਕਾਰ ਹੈ, ਕੇਂਦਰ ਦੀ ਜਿਹੜੀ ਲੀਡਰਸ਼ਿਪ ਹੈ, ਉਹਨਾਂ ਨੇ ਦਿਖਾਇਆ ਵੀ ਤੇਰੀ ਹੈਸੀਅਤ ਕਿੰਨੀ ਕੁ ਹੈ। ਪਹਿਲਾਂ ਤਾਂ ਉਸਦਾ ਜਿਹੜਾ ਕੁਸ਼ਤੀ ਸੰਘ ਦੀ ਉਸਨੇ ਇਲੈਕਸ਼ਨ ਜਿੱਤੀ ਸੀ, ਉਹ ਕੁਸ਼ਤੀ ਸੰਘ ਹੀ ਭੰਗ ਕਰ ਦਿੱਤਾ। ਜਿਹੜੀ ਸਰਕਾਰ ਹੈ ਭੰਮ ਸਾਹਿਬ, ਉਹ ਸਰਕਾਰ ਹੈ, ਕੋਈ ਜਿਹੜਾ ਇੱਕ ਵਿਅਕਤੀ ਹੈ ਉਹ ਸਰਕਾਰ ਤੋਂ ਜਾਂ ਪਾਰਟੀ ਤੋਂ ਵੱਡਾ ਨਹੀਂ ਹੁੰਦਾ। ਬਿਲਕੁਲ, ਉਸ ਦੀ ਵੀ ਟਿਕਟ ਰੋਕ ਦਿੱਤੀ ਗਈ ਹੈ। ਸੋ ਇਹ ਸਭ ਕੁਝ ਕਰਕੇ ਜਿਹੜੀ ਇੱਕ ਨੈਗੇਟਿਵਿਟੀ ਜਾਂ ਜਿਹੜਾ ਇੱਕ ਗਲਤ ਪ੍ਰਚਾਰ ਜਿਹੜਾ ਇੱਕ ਹੋਣ ਦਾ, ਜਿਹੜਾ ਅਟੈਕ ਕਰਨ ਦਾ, ਜਿਹੜਾ ਆਪੋਜੀਸ਼ਨ ਨੂੰ, ਜਿਹੜਾ ਇਸ ਤਰ੍ਹਾਂ ਦੇ ਜਿਹੜੇ ਗੰਦੇ ਗੈਰ ਸਮਾਜਿਕ ਜਿਹੜੇ ਤੱਤ ਉਹ ਪਾਰਟੀਆਂ ਦੇ ਵਿੱਚ ਬੈਠੇ ਸੀ, ਇਹਨਾਂ ਨੂੰ ਬਾਹਰ ਕਰਕੇ ਮੈਂ ਸਮਝਦਾ ਵੀ ਬੀਜੇਪੀ ਨੇ ਇੱਕ ਚੰਗਾ ਕਦਮ ਚੁੱਕਿਆ। ਪਰ ਡਾਕਟਰ ਹਰਸ਼ਵਰਧਨ ਵਰਗੇ ਜਿਹੜੇ ਕਿ ਦਿੱਲੀ ਦੇ ਸੀਐਮ ਦੇ ਉਮੀਦਵਾਰ ਸੀਗੇ ਭਾਜਪਾ ਵੱਲੋਂ ਜੀ, ਉਹਨਾਂ ਦੀ ਟਿਕਟ ਵੀ ਕੱਟੀ ਗਈ ਹੈ ਜਿਹੜੀ, ਉਹ ਵਾਕਿਆ ਉਹ ਇੱਕ ਦੂਸਰੇ ਤਰ੍ਹਾਂ ਦਾ ਟ੍ਰੈਂਡ ਹੈ ਭੰਮ ਸਾਹਿਬ ਜੀ। ਉਹ ਜਿਹੜੇ ਇੰਟਰਨਲ ਸਰਵੇ ਹੈ ਜਿਹੜੇ ਉਹਨਾਂ ਦਾ, ਜਿਹੜਾ ਸਿਆਸਤ ਤੋਂ ਬਾਅਦ, ਇੱਕ ਤਾਂ ਜਦੋਂ ਡਾਕਟਰ ਹਰਸ਼ਵਰਧਨ ਜਦੋਂ ਹੈਲਥ ਮਿਨਿਸਟਰ ਸੀ,
ਸੋ ਕੋਵਿਡ ਦੇ ਵਿੱਚ ਜਿਹੜੀਆਂ ਨਾਕਾਮੀਆਂ ਹੋਈਆਂ ਜਾਂ ਜਿਸ ਤਰ੍ਹਾਂ ਮੌਤਾਂ ਹੋਈਆਂ, ਹੈਲਥ ਮਿਨਿਸਟਰ ਹੋਣ ਦੇ ਨਾਤੇ ਜਿਹੜਾ ਉਹਦਾ ਜਿਹੜਾ ਪੰਡ ਹੈ ਉਹ ਉਹਨਾਂ ਦੇ ਸਿਰ ਤੇ ਭੰਨਿਆ ਗਿਆ ਜੀ। ਉਹਨਾਂ ਨੂੰ ਆਪਣੀ ਹੈਲਥ ਮਿਨਿਸਟਰੀ ਤੋਂ ਜਿਹੜਾ ਹੈ ਉਹ ਹੱਥ ਧੋਣੇ ਪਏ। ਦੂਸਰੀ ਗੱਲ ਹੈ ਕਿ ਉਹ ਹੈਲਥ ਮਿਨਿਸਟਰ ਹੋਣ ਦੇ ਨਾਤੇ ਜਦੋਂ ਹੈਲਥ ਮਿਨਿਸਟਰ ਸੀ ਉਹਨਾਂ ਨੇ ਬਾਬਾ ਰਾਮਦੇਵ ਦੀ ਜਿਹੜੀ ਉਹ ਗੋਲੀ ਹੈ ਕੋਰੋਨਿਲ ਉਸ ਨੂੰ ਰਿਲੀਜ਼ ਕਰਕੇ ਜਿਹੜਾ ਬਾਬਾ ਰਾਮਦੇਵ ਵਰਗਾ ਜਿਹੜਾ ਝੂਠੇ ਦਾਅਵੇ ਕਰਨ ਵਾਲਾ ਇੱਕ ਵਪਾਰੀ ਹੈ ਜਿਸ ਦੇ ਉੱਤੇ ਸੁਪਰੀਮ ਕੋਰਟ ਨੇ ਹੁਣੇ ਕਹਿ ਦਿੱਤੀ ਹੈ ਗੱਲ ਬਿਲਕੁਲ ਕਿ ਉਸਨੇ ਜਿਹੜੇ ਝੂਠੇ ਦਾਅਵੇ ਗਲਤ ਐਡਵਰਟਾਈਜ਼ਮੈਂਟ ਕਰਕੇ ਲੋਕਾਂ ਨੂੰ ਗੁੰਮਰਾਹ ਕੀਤਾ ਹੈ, ਹੀ ਇਜ਼ ਟੇਕਨ ਦ ਕੰਟਰੀ ਫॉर ਅ ਰਾਈਡ ਤੇ ਮਾਨਹਾਨੀ ਦਾ ਮੁਕੱਦਮਾ ਹੀ ਹੋ ਗਿਆ ਉੱਤੇ, ਉਹਦੇ ਕੰਟੈਂਪਟ ਦਾ ਜਿਹੜਾ ਨੋਟਿਸ ਦੇ ਦਿੱਤਾ ਹੈ ਸੁਪਰੀਮ ਕੋਰਟ ਨੇ ਉਸਨੂੰ। ਉਸ ਬੰਦੇ ਦੀ ਜਿਹੜੀ ਤੁਸੀਂ ਇੱਕ ਹੈਲਥ ਮਿਨਿਸਟਰ ਨਾਲ ਉਹਦੀਆਂ ਦਵਾਈਆਂ ਰਿਲੀਜ਼ ਕਰਵਾ ਕੇ ਉਸ ਤੇ ਇੱਕ ਮੋਹਰ ਲਾਵੇ, ਇੱਕ ਸੰਕੇਤ ਦੇਵੇ ਵੀ ਜਿਹੜੀ ਸਰਕਾਰ ਹੈ ਇਸ ਦੇ ਨਾਲ ਹੈ ਬਿਲਕੁਲ। ਸੋ ਮੈਂ ਸਮਝਦਾ ਵੀ ਜਿਹੜੀ ਉਹ ਗੈਰ ਜ਼ਿੰਮੇਵਾਰਾਨਾ ਕਾਰਵਾਈ ਸੀ ਤੇ ਉਸ ਤੋਂ ਬਾਅਦ ਦੇ ਵਿੱਚ ਉਹਨਾਂ ਨੂੰ ਹੈਲਥ ਮਿਨਿਸਟਰ ਬਣੇ ਰਹਿਣ ਦਾ ਹੈ। ਹੁਣ ਸਮਝ ਆ ਗਈ ਜੀ ਦੂਜੇ ਨੂੰ, ਡਾਕਟਰ ਹਰਸ਼ਵਰਧਨ ਨੂੰ, ਤਾਂ ਉਹਨਾਂ ਨੇ ਤਾਂ ਅੱਜ ਬਿਆਨ ਵੀ ਆਇਆ ਉਹਨਾਂ ਦਾ ਕਿ ਉਹ ਜਿਹੜਾ ਉਹ ਕਹਿੰਦੇ ਮੇਰਾ ਕਲੀਨਿਕ ਮੈਨੂੰ ਉਡੀਕੀ ਜਾਂਦਾ ਹੈ, ਦਾ ਕਲੀਨਿਕ ਹੈ ਜਿਹੜਾ ਹਾਂ ਵੀ ਮੈਨੂੰ ਉਡੀਕ ਰਿਹਾ ਤੇ ਮੈਂ ਚੱਲਿਆ ਗਿਆ ਤੇ ਸਿਆਸਤ ਤੋਂ ਕਿਨਾਰਾ ਕਰ ਲਿਆ ਉਹਨਾਂ ਨੇ, ਸਿਆਸਤ ਤੋਂ ਉਹਨਾਂ ਨੇ ਕਿਨਾਰਾ ਕਰ ਲਿਆ ਤੇ ਆਪਣੀ ਹੁਣ ਮੈਡੀਕਲ ਪ੍ਰੈਕਟਿਸ ਦੇ ਵੱਲ ਹੀ ਧਿਆਨ ਦੇਣਗੇ ਜੀ। ਦੂਸਰੀ ਗੱਲ ਹੈ ਭੰਮ ਸਾਹਿਬ, ਜਿਹੜਾ ਇੱਕ ਹੋਰ ਟ੍ਰੈਂਡ ਹੈ ਕਿ ਜਿਹੜੇ ਮੰਤਰੀ ਨੇ ਜੀ, ਜਿਹੜੇ ਭਾਰਤ ਸਰਕਾਰ ਦੇ ਵਿੱਚ ਸਿਟਿੰਗ ਮੰਤਰੀ ਹੈ ਉਹਨਾਂ ਦਾ ਕੀ ਬਣਿਆ ਉਹਦੀ ਵੀ ਆਪਾਂ ਚਰਚਾ ਕਰਾਂਗੇ ਜੀ। ਗਿੱਲ ਸਾਹਿਬ ਗੱਲ ਚੱਲ ਰਹੀ ਸੀ ਜਿਹੜੀ ਭਾਜਪਾ ਦੀ ਟਿਕਟਾਂ ਦੀ ਲਿਸਟ ਜਿਹੜੀ ਨਵੀਂ ਜਾਰੀ ਹੋਈ ਹੈ, ਮੰਤਰੀਆਂ ਦਾ ਕੀ ਬਣਿਆ ਜੀ ਜਿਹੜੇ ਮੌਜੂਦਾ ਮੰਤਰੀ ਸਾਹਿਬ? ਇੱਕ ਜਿਹੜਾ ਹੋਰ ਟ੍ਰੈਂਡ ਹੁਣ ਸ਼ੋਅ ਹੋਇਆ ਕਿ ਜਿਹੜੇ ਸਿਟਿੰਗ ਜਿਹੜੇ ਉਹਨਾਂ ਦੇ ਮੰਤਰੀ ਹੈ ਜੀ ਉਹਨਾਂ ਨੂੰ ਬਰਕਰਾਰ ਰੱਖਿਆ ਗਿਆ ਜੀ। ਜ਼ਿਆਦਾਤਰ ਮੰਤਰੀਆਂ ਨੂੰ ਸਿਵਾਏ ਇੱਕ ਜਿਹੜਾ ਵੱਡਾ ਨਾਮ ਮੀਨਾਕਸ਼ੀ ਲੇਖੀ ਉਹਨਾਂ ਦੀ ਨਵੀਂ ਦਿੱਲੀ ਤੋਂ ਟਿਕਟ ਕੱਟੀ ਗਈ ਹੈ, ਪਰ ਜਿਹੜੇ ਮੈਜੋਰਿਟੀ ਆਫ ਦਾ ਜਿਹੜਾ ਕਾਉਂਸਲ ਆਫ ਮਿਨਿਸਟਰ ਹੈ ਉਹਨਾਂ ਤੇ ਭਾਰਤੀ ਜਨਤਾ ਪਾਰਟੀ ਨੇ ਆਪਣਾ ਵਿਸ਼ਵਾਸ ਜ਼ਾਹਿਰ ਕੀਤਾ ਹੈ। ਮਨਸੁਖ ਮਾਂਡਵੀ ਹੈ ਜਿਹੜੇ ਉਹਨਾਂ ਨੂੰ ਗੁਜਰਾਤ ਤੋਂ ਦਿੱਤੀ ਗਈ ਹੈ ਜਿਹੜੇ ਹੈਲਥ ਮਿਨਿਸਟਰ ਹੈ ਜੀ। ਇਸੇ ਤਰ੍ਹਾਂ ਜੋਤਿਰਾਦਿੱਤਿਆ ਸਿੰਧੀਆ ਨੂੰ ਜਿਹੜੀ ਉਹਨਾਂ ਦੀ ਮਨਪਸੰਦ ਸੀਟ ਹੈ ਜਿਹੜੀ ਉਹ ਦਿੱਤੀ ਗਈ ਹੈ ਮੱਧ ਪ੍ਰਦੇਸ਼ ਦੇ ਵਿੱਚ। ਡਾਕਟਰ ਜਤਿੰਦਰ ਸਿੰਘ ਨੂੰ ਇੱਕ ਵਾਰ ਫੇਰ ਜੰਮੂ ਤੋਂ ਜਿਹੜਾ ਪਾਰਟੀ ਨੇ ਆਪਣਾ ਪ੍ਰਤਿਆਸ਼ੀ ਬਣਾਇਆ। ਸੀਪੀ ਜੋਸ਼ੀ, ਅਮਿਤ ਸ਼ਾਹ ਦਾ ਚਲੋ ਹੈ ਹੀ ਹੈ ਗਾਂਧੀ ਨਗਰ ਦੀ ਸੀਟ ਤੋਂ। ਗੜਕਰੀ ਹੁਣਾਂ ਦਾ ਕੀ ਬਣਿਆ? ਗੜਕਰੀ ਹੁਣਾਂ ਦੀ ਜਿਹੜੀ ਮੈਨੂੰ ਨਹੀਂ ਲੱਗਦਾ ਹਜੇ ਸੀਟ ਅਨਾਉਂਸ ਹੋਈ ਹੈ। ਲਖਨਊ ਤੋਂ ਰਾਜਨਾਥ ਸਿੰਘ ਨੂੰ ਦੁਬਾਰਾ ਇੱਕ ਵਾਰ ਫੇਰ ਜਿਹੜੀ ਟਿਕਟ ਦਿੱਤੀ ਗਈ ਹੈ ਜੀ। ਤੇ ਗਡਕਰੀ ਜੀ ਦੀ ਟਿਕਟ ਜਿਹੜੀ ਹੈ ਹਜੇ ਉਹ ਨਹੀਂ ਅਨਾਉਂਸ ਹੋਈ। ਵੈਸੇ ਮੈਨੂੰ ਨਹੀਂ ਲੱਗਦਾ ਵੀ ਉਹ ਇਸ ਹੱਦ ਤੱਕ ਜਾਣਗੇ ਕਿ ਨਿਤਿਨ ਗਡਕਰੀ ਦੀ ਜਿਹੜੀ ਸੀਟ ਹੈ ਉਹ ਕੱਟਣ ਦੀ, ਟਿਕਟ ਕੱਟਣ ਦੀ ਜਿਹੜੀ ਗੁਸਤਾਖੀ ਹੈ ਉਹ ਪਾਰਟੀ ਕਰ ਸਕਦੀ ਹੈ, ਕਿਉਂਕਿ ਚਾਹੇ ਉਹਨਾਂ ਦੀ ਪਰਫਾਰਮੈਂਸ ਹੋਵੇ, ਚਾਹੇ ਉਹਨਾਂ ਦਾ ਜਿਹੜਾ ਕਿਰਦਾਰ ਹੋਵੇ, ਚਾਹੇ ਉਹਨਾਂ ਦਾ ਉਹ ਕੋਈ ਐਕਸਕਿਊਜ਼ ਨਹੀਂ ਬਣਦਾ ਉਹਨਾਂ ਦੀ ਟਿਕਟ ਨਹੀਂ ਬਣਦਾ। ਦੂਸਰੀ ਗੱਲ ਹੈ ਭੰਮ ਸਾਹਿਬ, ਜਿਹੜੇ ਇਹ ਮੰਤਰੀਆਂ ਦੇ ਨਾਲ ਨਾਲ ਜਿਹੜੇ ਵੱਡੇ ਚਿਹਰੇ ਜਿਨ੍ਹਾਂ ਨੂੰ ਸੂਬਾਈ ਸਿਆਸਤ ਚੋਂ ਇੱਕ ਤਰ੍ਹਾਂ ਬਾਹਰ ਕੀਤਾ ਗਿਆ ਸੀ, ਜਿਸ ਤਰ੍ਹਾਂ ਸ਼ਿਵਰਾਜ ਸਿੰਘ ਚੌਹਾਨ ਸੀ ਜੀ, ਉਹਨਾਂ ਨੂੰ ਹੁਣ ਕੇਂਦਰੀ ਸਿਆਸਤ ਦੇ ਵਿੱਚ ਐਡਜਸਟ ਕੀਤਾ ਗਿਆ ਕਿਉਂਕਿ ਏਡੇ ਵੱਡੇ ਜਿਹੜੇ ਕਦਾਵਰ ਆਗੂ ਹੈ ਜੇ ਪਾਰਟੀ ਉਹਨਾਂ ਨੂੰ ਘਰੇ ਬਿਠਾ ਦਿੰਦੀ ਤਾਂ ਇਹ ਫਿਰ ਪਾਰਟੀ ਦੇ ਵਾਸਤੇ ਜਿਹੜਾ ਸ਼ਗਨ ਨਹੀਂ ਹੋਣਾ ਸੀ। ਬਿਲਕੁਲ ਉਹਨਾਂ ਨੂੰ ਦਿੱਤੀ ਗਈ ਹੈ। ਰਾਜਸਥਾਨ ਦੇ ਵਿੱਚ ਇਸ ਤਰ੍ਹਾਂ ਜਿਹੜੇ ਵੱਡੇ ਆਗੂ ਹੈ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਜਿਨ੍ਹਾਂ ਨੂੰ ਬਾਹਰ ਕੀਤਾ ਗਿਆ ਸੀ ਸੂਬੇ ਦੀ ਸਿਆਸਤ ਤੋਂ ਜੀ, ਉਹਨਾਂ ਨੂੰ ਕੇਂਦਰ ਦੇ ਵਿੱਚ ਜਿਹੜੀ ਉਹ ਟਿਕਟ ਦੇ ਕੇ ਉਹਨਾਂ ਨੂੰ ਐਡਜਸਟ ਕੀਤਾ ਗਿਆ। ਇੱਕ ਹੋਰ ਗੱਲ ਕਹਿ ਰਹੀ ਸੀ ਭੰਮ ਸਾਹਿਬ ਜਿਹੜੀ ਆ ਰਹੀ ਸੀ ਜੀ ਕਿ ਸ਼ਾਇਦ ਵੱਡੇ ਪੱਧਰ ਦੇ ਉੱਤੇ ਜਿਹੜੇ ਨੌਜਵਾਨ ਚਿਹਰੇ ਹੈ ਉਹਨਾਂ ਨੂੰ ਟਿਕਟਾਂ ਦਿੱਤੀਆਂ ਜਾਣਗੀਆਂ ਬੀਜੇਪੀ ਦੇ ਵਿੱਚ, ਪਰ ਉਸ ਤਰ੍ਹਾਂ ਦਾ ਕੁਝ ਵੀ ਨਹੀਂ ਹੋਇਆ। ਪਾਰਟੀ ਨੇ ਸਗੋਂ ਜਿਹੜੇ ਐਸਟੈਬਲਿਸ਼ਡ ਜਿਹੜੇ ਉਹਨਾਂ ਦੇ ਆਗੂ ਹੈ ਵਫਾਦਾਰ, ਜਿਹੜੀ ਵਫਾਦਾਰੀ ਹੈ ਉਸ ਨੂੰ ਰਿਵਾਰਡ ਮਿਲਿਆ। ਬਿਲਕੁਲ। ਸੋ ਜਿਹੜੇ ਵਫਾਦਾਰ ਹੈ ਪਾਰਟੀ ਦੇ ਉਹਨਾਂ ਨੂੰ ਮੇਨਟੇਨ ਰੱਖਿਆ ਤੇ ਜਿਹੜਾ ਨਵੇਂ ਉੱਭਰ ਰਹੇ ਜਿਹੜੇ ਯੰਗ ਲੀਡਰ ਹੈ ਉਹਨਾਂ ਨੂੰ ਇਹ ਸੁਨੇਹਾ ਦਿੱਤਾ ਗਿਆ ਕਿ ਹਜੇ ਉਹਨਾਂ ਨੂੰ ਇੰਤਜ਼ਾਰ ਕਰਨਾ ਪਊਗਾ ਜੀ। ਹੁਣ ਕਈ ਜਿਹੜੇ ਹੋਰ ਪ੍ਰਮੁੱਖ ਚਿਹਰੇ ਹੈ ਭੰਮ ਸਾਹਿਬ ਜਿਨ੍ਹਾਂ ਦੀ ਟਿਕਟ ਕੱਟੀ ਗਈ ਹੈ, ਜਯੰਤ ਸਿਨਹਾ ਉਹਨਾਂ ਨੇ ਜਿਹੜੇ ਉਹਨਾਂ ਦੇ ਪਿਤਾ ਹੈ ਪਹਿਲਾਂ ਬਹੁਤ ਸੀਨੀਅਰ ਜਿਹੜੇ ਸਿਨਹਾ ਸਾਹਿਬ ਸੀਨੀਅਰ ਜਿਹੜੇ ਉਹ ਫਾਈਨਾਂਸ ਮਿਨਿਸਟਰ ਰਹੇ ਆ, ਯਸ਼ਵੰਤ ਸਿਨਹਾ ਪਹਿਲਾਂ
ਮੋਦੀ ਕਾਲ ਤੋਂ ਪਹਿਲਾਂ ਦੇ, ਹੁਣ ਉਹ ਨਰਿੰਦਰ ਮੋਦੀ ਦੇ ਜਿਹੜੇ ਹੈ ਬਹੁਤ ਵੱਡੇ ਆਲੋਚਕ ਮੰਨੇ ਜਾਂਦੇ ਆ, ਤੇ ਹੁਣ ਉਹ ਤ੍ਰਿਣਮੂਲ ਪਾਰਟੀ ਜਿਹੜੀ ਹੈ ਉਹ ਜੁਆਇਨ ਕਰ ਚੁੱਕੇ ਹੈ, TMC। ਉਹਨਾਂ ਦੇ ਬੇਟੇ ਜਿਹੜੇ ਜਯੰਤ ਸਿਨਹਾ, ਉਹਨਾਂ ਨੇ ਪਹਿਲਾਂ ਹੀ ਪੋਸਟ ਪਾਤੀ ਸੀ, ਮੇਰਾ ਖਿਆਲ ਉਹਨਾਂ ਨੂੰ ਪਹਿਲਾਂ ਸੁਨੇਹਾ ਚਲਿਆ ਗਿਆ ਸੀ ਕਿ ਤੁਹਾਨੂੰ ਜਿਹੜੀ ਹੈ ਟਿਕਟ ਨਹੀਂ ਮਿਲਣੀ। ਉਹ ਸਿਆਸਤ ਤੋਂ ਲਾਂਭੇ ਹੋ ਗਏ। ਗੌਤਮ ਗੰਭੀਰ ਉਹ ਸਿਆਸਤ ਤੋਂ ਲਾਂਭੇ ਹੋ ਗਏ ਜੀ, ਉਹਨਾਂ ਨੇ ਵੀ ਕਹਿ ਦਿੱਤਾ ਦਿੱਲੀ ਚੋਂ। ਸੋ ਦਿੱਲੀ ਚੋਂ 5 ਸੀਟਾਂ ਅਨਾਉਂਸ ਹੋ ਗਈਆਂ ਨੇ। ਇੱਕ ਸੀਟ ਜਿਹੜੀ ਗੌਤਮ ਗੰਭੀਰ ਹੈ ਉਹ ਖੁਦ ਕਹਿ ਚੁੱਕੇ ਨੇ ਉੱਥੇ ਨਵਾਂ ਕੈਂਡੀਡੇਟ ਆਊਗਾ, ਤੇ ਜਿਹੜੀ 7ਵੀਂ ਸੀਟ ਬਚਦੀ ਹੈ ਭੰਮ ਸਾਹਿਬ, ਉਹ ਰਾਜ ਗਾਇਕ ਹੰਸਰਾਜ ਹੰਸ ਜੀ ਦੀ, ਉਹਨਾਂ ਦੀ ਸੀਟ ਦੇ ਉੱਤੇ ਵੀ ਜਿਹੜੇ ਹੈ ਹੁਣ ਖਤਰੇ ਦੇ ਬੱਦਲ ਜਿਹੜੇ ਹੈ ਮੰਡਰਾ ਰਹੇ ਆ, ਪਰ ਹਜੇ ਤੱਕ ਉਹ ਅਨਾਉਂਸ ਨਹੀਂ ਕੀਤੀ ਗਈ। ਇਹਦਾ ਮਤਲਬ ਵੀ ਹਜੇ ਕੁਛ ਨਾ ਕੁਛ ਜਿਹੜੀ ਆਸ ਹੈ ਉਹ ਹਜੇ ਬਾਕੀ ਉਹਨਾਂ ਲਈ ਬਚਦੀ ਹੈ। ਪਾਰਟੀ ਪੰਜਾਬ ਦੇ ਵਿੱਚ ਵੀ ਅਜਿਹੇ ਤਜਰਬੇ ਜਿਹੜੇ ਆ ਹੁਣ ਉਹ ਨਹੀਂ ਕਰਨਾ ਚਾਹੀਦੇ। ਸੈਲੀਬ੍ਰਿਟੀ ਨੂੰ ਬਹੁਤਾ ਉਹ ਕਹਿੰਦੇ ਵੀ ਨਹੀਂ ਪਾਸੇ ਰੱਖ ਕੇ ਤੇ ਜਿਹੜੀ ਸਥਾਪਤ ਜਿਹੜੀ ਸਿਆਸਤੀ ਜਿਹੜੀ ਸ਼ਖਸੀਅਤਾਂ ਜਿਹੜੀ ਵੀ ਉਹਨਾਂ ਨੂੰ ਹੀ ਲੜਾਇਆ ਜਾਵੇ। ਭੰਮ ਸਾਹਿਬ, ਸੈਲੀਬ੍ਰਿਟੀਜ਼ ਦੀ ਜੇ ਗੱਲ ਕਰੀਏ ਤਾਂ ਸੈਲੀਬ੍ਰਿਟੀਜ਼ ਨੂੰ ਜਿਹੜੀਆਂ ਉਹ ਟਿਕਟਾਂ ਮਿਲੀਆਂ ਨੇ ਬੀਜੇਪੀ ਦੇ ਵਿੱਚ ਜੀ। ਹੇਮਾ ਮਾਲਿਨੀ ਨੂੰ ਮਥੁਰਾ ਦੀ ਸੀਟ ਤੋਂ ਜਿਹੜਾ ਦੁਹਰਾਇਆ, ਜਯਾ ਪ੍ਰਦਾ ਨੂੰ ਟਿਕਟ ਦਿੱਤੀ ਹੈ, ਤੇ ਭੋਜਪੁਰੀ ਜਿਹੜੇ ਗਾਇਕ ਨੇ ਉਹਨਾਂ ਨੂੰ ਵੱਡੇ ਪੱਧਰ ਦੇ ਉੱਤੇ ਟਿਕਟਾਂ ਦਿੱਤੀਆਂ ਗਈਆਂ ਨੇ, ਜਿਸ ਦੇ ਵਿੱਚੋਂ ਕਿ ਮਨੋਜ ਤਿਵਾੜੀ ਦਿੱਲੀ ਦੇ ਵਿੱਚੋਂ ਜਿਹੜੀ ਜਮਨਾ ਪਾਰ ਦੀ ਸੀਟ ਹੈ, ਜਿੱਥੇ ਜਿਹੜੇ ਪੂਰਵਾਂਚਲ ਦੇ ਜਿਹੜੇ ਲੋਕ ਨੇ ਜੀ, ਯੂਪੀ ਬਿਹਾਰ ਦੇ ਪੂਰਬ ਵਾਲਾ ਹਿੱਸਾ ਜਿਹੜਾ ਉਸ ਨੂੰ ਪੂਰਵਾਂਚਲ ਕਿਹਾ ਜਾਂਦਾ, ਪੂਰਵਾਂਚਲ ਦੇ ਲੋਕ ਉੱਥੇ ਵੱਡੀ ਗਿਣਤੀ ਦੇ ਵਿੱਚ ਨੇ। ਪੂਰਵਾਂਚਲੀਆਂ ਦੀ ਜਿਹੜੀ ਹੈ ਉਸ ਨੂੰ ਇੱਕ ਵੱਡੀ ਗਿਣਤੀ ਨੂੰ ਧਿਆਨ 'ਚ ਰੱਖਦੇ ਹੋਏ ਉਹਨਾਂ ਨੂੰ ਟਿਕਟ ਦਿੱਤੀ ਗਈ ਹੈ। ਗੋਰਖਪੁਰ ਤੋਂ ਰਵੀ ਕਿਸ਼ਨ ਨੂੰ ਟਿਕਟ ਦਿੱਤੀ ਗਈ ਹੈ। ਇੱਕ ਜਿਹੜਾ ਨਿਰਹੁਆ ਹੈ ਉਹ ਵੀ ਇੱਕ ਬੜਾ ਮਸ਼ਹੂਰ ਸਿੰਗਰ ਹੈ ਭੋਜਪੁਰੀ ਦਾ, ਉਸ ਨੂੰ ਟਿਕਟ ਦਿੱਤੀ ਗਈ ਹੈ। ਤੇ ਬੰਗਾਲ ਦੀ ਆਸਨਸੋਲ ਸੀਟ ਹੈ ਜਿਹੜੀ, ਉੱਥੋਂ ਪਵਨ ਸਿੰਘ ਜਿਹੜਾ ਕਿ ਇੱਕ ਹੋਰ ਬੜਾ ਮਸ਼ਹੂਰ ਭੋਜਪੁਰੀ ਸਿੰਗਰ ਹੈ, ਜਿਸ ਦਾ ਗਾਣਾ ਬਹੁਤ ਡੀਜੇ ਤੇ ਵੱਜਦਾ ਸੀਗਾ, ਲੋਲੀਪੌਪ ਲਾਗੇਲੂ, ਉਹਨੂੰ ਵੀ ਟਿਕਟ ਦਿੱਤੀ ਗਈ ਹੈ ਜੀ। ਹਾਲਾਂਕਿ ਵੱਡੀ ਆਲੋਚਨਾ ਹੋਣ ਤੋਂ ਬਾਅਦ, ਕਿਉਂਕਿ ਉਸਨੇ ਬੜੇ ਅਸ਼ਲੀਲ ਜਿਹੜੇ ਬੰਗਾਲ ਦੀਆਂ ਔਰਤਾਂ ਦੇ ਜਿਹੜੇ ਮੁਤਲਕ ਜਿਹੜੇ ਗੀਤ ਉਹ ਗਾਏ ਨੇ। ਸੋ ਕੱਲ ਤੋਂ ਹੀ ਜਿਹੜੇ ਸਾਰੇ ਇੰਟਰਨੈਟ ਤੇ ਲੋਕ ਉਹ ਅਸ਼ਲੀਲ ਗੀਤ ਹੈ ਜਿਹੜੇ ਉਸਦੇ ਉਹ ਸ਼ੇਅਰ ਕਰਕੇ ਕਹਿ ਰਹੇ ਸੀ ਕਿ ਇਸ ਨੂੰ ਬੰਗਾਲ ਦਾ ਕੈਂਡੀਡੇਟ ਬੀਜੇਪੀ ਬਣਾ ਰਹੀ ਹੈ। ਤਾਂ ਅੱਜ ਉਹ ਆਪ ਹੀ ਤੌਬਾ ਕਰ ਗਿਆ, ਖਬਰ ਆਈ ਹੈ ਵੀ ਆਸਨਸੋਲ ਤੋਂ ਆਸਨਸੋਲ ਦੀ ਸੀਟ ਤੋਂ ਇਲੈਕਸ਼ਨ ਲੜਨ ਦੇ ਲਈ ਉਹ ਆਪ ਹੀ ਤੌਬਾ ਕਰ ਗਿਆ ਜਿਹੜਾ ਪਵਨ ਸਿੰਘ ਹੈ ਜੀ। ਸੋ ਮੇਰਾ ਨਹੀਂ ਖਿਆਲ ਕਿ ਬੀਜੇਪੀ ਦਾ ਕੋਈ ਮੋਹ ਭੰਗ ਜਿਹੜਾ ਹੈ ਸੈਲੀਬ੍ਰਿਟੀਜ਼ ਤੋਂ ਹੋਇਆ ਹੈ। ਪੰਜਾਬ 'ਚ ਸ਼ਾਇਦ ਨਾ ਕਰਨਾ ਚਾਹੁੰਦੇ ਹੁਣ ਇਹ। ਜੇ ਪੰਜਾਬ ਦੀ ਗੱਲ ਕਰੀਏ, ਭੰਮ ਸਾਹਿਬ ਦਾ ਯੁਵਰਾਜ ਸਿੰਘ ਦਾ ਨਾਮ ਆ ਰਿਹਾ ਸੀ ਹਾਂਜੀ, ਕਿ ਯੁਵਰਾਜ ਸਿੰਘ ਨੂੰ ਦਿੱਤੀ ਜਾਏਗੀ ਤੇ ਅਕਸ਼ੇ ਕੁਮਾਰ ਨੂੰ ਚੰਡੀਗੜ੍ਹ ਦੀ ਸੀਟ ਦਿੱਤੀ ਜਾਵੇਗੀ। ਹਾਲਾਂਕਿ ਕਿਆਸ ਰਾਈਆਂ ਇਹ ਵੀ ਲਾਈਆਂ ਜਾ ਰਹੀਆਂ ਨੇ ਕਿ ਦਿੱਲੀ ਤੋਂ ਸ਼ਾਇਦ ਗੌਤਮ ਗੰਭੀਰ ਵਾਲੀ ਸੀਟ ਤੋਂ ਅਕਸ਼ੇ ਕੁਮਾਰ ਨੂੰ ਲੜਾਇਆ ਜਾਵੇ, ਪਰ ਯੁਵਰਾਜ ਸਿੰਘ ਤਾਂ ਜਿਹੜਾ ਹੈ ਉਹ ਸਟੇਟਮੈਂਟ ਦੇ ਕੇ ਕਲੀਅਰ ਕਰ ਚੁੱਕੇ ਨੇ ਕਿ ਉਹ ਉੱਥੇ ਜਾਖੜ ਤੇ ਉਹਦਾ ਵਿਨੋਦ ਖੰਨਾ ਦੀ ਘਰ ਵਾਲੀ ਜਿਹੜੀ ਹੈ ਉਹ ਉਹਨਾਂ ਦੇ ਵਿੱਚ ਹੈ, ਦੋਨਾਂ 'ਚ ਟਕਰਾਅ ਵੀ ਉਹਨਾਂ 'ਚੋਂ ਕਿਹੜੇ ਨੂੰ ਮਿਲਦੀ ਹੈ ਟਿਕਟ ਜੀ। ਸੋ ਇਹ ਹੋ ਸਕਦਾ ਵੀ ਪੰਜਾਬ ਤੋਂ ਕੋਈ ਸੈਲੀਬ੍ਰਿਟੀ, ਕਿਉਂਕਿ ਦੂਸਰੀ ਗੱਲ ਇਹ ਵੀ ਮਹੱਤਵਪੂਰਨ ਹੈ ਕਿ ਪੰਜਾਬ ਦੇ ਵਿੱਚ ਭਾਜਪਾ ਦਾ ਜਿਹੜਾ ਗ੍ਰਾਫ ਹੈ ਉਸ ਤਰ੍ਹਾਂ ਦਾ ਨਹੀਂ। ਸੋ ਸੈਲੀਬ੍ਰਿਟੀ ਵੀ ਜਿੱਥੇ ਉਹਨਾਂ ਨੂੰ ਲੱਗੇ ਵੀ ਕਾਮਯਾਬੀ ਨਹੀਂ ਮਿਲੂਗੀ ਤਾਂ ਸੈਲੀਬ੍ਰਿਟੀ ਵੀ ਫਿਰ ਹਰ ਕੋਈ ਜਿਹੜਾ ਹੈ ਉਹ ਸੇਫ ਸੀਟ ਭਾਲਦਾ ਹੈ। ਬਿਲਕੁਲ। ਜਿੱਥੇ ਅੱਗੇ ਵਿਰੋਧ ਹੋਣ ਦਾ ਹੁੰਦਾ ਹੈ ਤਾਂ ਉੱਥੇ ਸੈਲੀਬ੍ਰਿਟੀ ਵੀ ਇਹ ਸੋਚਦਾ ਹੈ ਕਿ ਕੱਲ ਨੂੰ ਫਿਲਮਾਂ ਤੋਂ ਗਾਣਿਆਂ ਤੋਂ ਵੀ ਜਾਵਾਂਗੇ, ਲੋਕਾਂ ਦਾ ਵਿਰੋਧ ਚੱਲ ਕੇ ਬਿਲਕੁਲ ਤੇ ਸੀਟ ਮਿਲੇ ਨਾ, ਸੀਟ ਜਿੱਤਣਾ ਹੋਵੇ। ਜਿਸ ਤਰ੍ਹਾਂ ਭੰਮ ਸਾਹਿਬ ਜਿਹੜੀ ਕੰਗਨਾ ਰਣੌਤ ਹੈ ਜੀ, ਉਸਦਾ ਕਰੀਅਰ ਖਤਮ ਹੋਇਆ, ਉਹ ਵੀ ਭੜਕਾਊ ਬਿਆਨਬਾਜ਼ੀ ਕਰਕੇ ਭਾਜਪਾ ਨੂੰ ਉਹ ਸਮਝਦੀ ਸੀ ਕਿ ਮੈਂ ਖੁਸ਼ ਕਰ ਲੂੰਗੀ ਨੂੰ, ਪਰ ਉਹ ਹੋ ਨਹੀਂ ਸਕਿਆ ਜੀ। ਬਿਲਕੁਲ। ਸੋ ਗਿੱਲ ਸਾਹਿਬ, ਅਮਰੀਕਾ ਦਾ ਇੱਕ ਬਿਆਨ ਆਇਆ ਸੀਗਾ ਕਿ ਇਜ਼ਰਾਈਲ ਜਿਹੜਾ ਹੈ ਉਹ ਜੰਗਬੰਦੀ ਲਈ ਰਾਜੀ ਹੋ ਗਿਆ ਬਸ਼ਰਤੇ ਕਿ ਉਹਨਾਂ ਦੇ ਜਿਹੜੇ ਬੰਧਕ ਬਣਾਏ ਗਏ ਜਿਹੜੇ ਨਾਗਰਿਕ ਹੈ ਉਹਨਾਂ ਦੀ ਰਿਹਾਈ ਹੋ ਜੇ ਜੀ। ਉਹ ਕਹਿੰਦੇ ਵੀ ਹੁਣ ਗੱਲ ਜਿਹੜੀ ਹੈ ਉਹ ਹਮਾਸ ਤੇ ਖੜੀ ਹੈ ਜੀ ਜੀ। ਸੋ ਭੰਮ ਸਾਹਿਬ, ਜਿਹੜਾ ਕੋਈ ਵੀ ਸਮਝੌਤਾ ਹੁੰਦਾ, ਦੇਖੋ ਉਹ ਦੋਨੇ ਜਿਹੜੀਆਂ ਧਿਰਾਂ ਨੇ ਜੀ ਉਹਨਾਂ ਨੂੰ ਇੱਕ ਇੱਕ ਕਦਮ ਹੈ ਜਿਹੜਾ ਉਹ ਅੱਗੇ ਵਧਾਉਣਾ ਪੈਂਦਾ ਹੈ ਤਾਂ ਕਿਤੇ ਵਿੱਚ ਵਿਚਾਲੇ ਆ ਕੇ ਜਿਹੜਾ ਸਮਝੌਤਾ ਉਹ ਹੁੰਦਾ ਹੈ।
ਸੋ ਇਸ ਸਮਝੌਤੇ ਦੇ ਵਿੱਚ ਵੀ ਜਿਹੜੀ ਸ਼ਰਤਾਂ ਇਜ਼ਰਾਈਲ ਨੇ ਰੱਖੀਆਂ ਨੇ ਉਸ ਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਜਿਹੜੇ ਬੰਧਕ ਬਣਾਏ ਨੇ 7 ਅਕਤੂਬਰ ਦਾ ਅਟੈਕ ਜਦ ਹਮਾਸ ਨੇ ਕਰਕੇ ਜੀ ਬੜੇ ਕਰੂਰ ਤਰੀਕੇ ਦੇ ਨਾਲ ਨਿਰਦੋਸ਼ ਲੋਕਾਂ ਨੂੰ ਬੰਧਕ ਬਣਾ ਕੇ ਜਿਹੜਾ ਉਹ ਉੱਥੇ ਲੈ ਕੇ ਗਏ ਆਪਣੇ ਇਲਾਕਿਆਂ ਦੇ ਵਿੱਚ, ਉਹਨਾਂ ਬੰਧਕਾਂ ਦੇ ਵਿੱਚੋਂ ਜਿਹੜੇ ਜ਼ਖਮੀ ਤੇ ਵਲਨਰੇਬਲ ਲੋਕ ਉਹਨਾਂ ਨੇ ਕਿਹਾ ਜਿਨ੍ਹਾਂ ਨੂੰ ਅਰਜੈਂਟ ਕੇਅਰ ਦੀ ਜ਼ਰੂਰਤ ਹੈ ਜਾਂ ਔਰਤਾਂ ਨੇ ਜਾਂ ਬੱਚੇ ਨੇ, ਤੇ ਉਹਨਾਂ ਨੂੰ ਹਮਾਸ ਰਿਲੀਜ਼ ਕਰੇਗਾ। ਸੋ US ਨੇ ਇਹ ਵੀ ਕਿਹਾ ਕਿ ਹੁਣ ਜਿਹੜੀ ਬਾਲ ਹੈ ਉਹ ਹਮਾਸ ਦੇ ਕੋਰਟ ਦੇ ਵਿੱਚ ਹੈ। ਉਹ ਹਮਾਸ ਨੇ ਹੁਣ ਇਹ ਫੈਸਲਾ ਕਰਨਾ ਹੈ ਕਿ ਜਿਹੜਾ ਇਸ ਸ਼ਰਤ ਦੇ ਉੱਤੇ ਉਹਨਾਂ ਨੂੰ ਸੀਜ਼ ਫਾਇਰ ਚਾਹੀਦਾ ਕਿ ਨਹੀਂ ਚਾਹੀਦਾ। ਇਜ਼ਰਾਈਲ ਜਿਹੜਾ ਹੈ ਉਹ ਸੀਜ਼ ਫਾਇਰ ਦੇ ਲਈ ਤਿਆਰ ਹੋ ਚੁੱਕਿਆ ਕਿਉਂਕਿ 10 ਮਾਰਚ ਤੋਂ ਜਿਹੜਾ ਫਿਰ ਪਵਿੱਤਰ ਰਮਜ਼ਾਨ ਦਾ ਮਹੀਨਾ ਸ਼ੁਰੂ ਹੋ ਰਿਹਾ ਹੈ। ਸੋ ਇਸ ਲਈ ਇਹ ਸਾਰੇ ਚਾਹੁੰਦੇ ਆ ਕਿ ਸ਼ਾਂਤੀ ਹੋ ਜਾਵੇ ਤਾਂ ਕਿ ਜਿਹੜੇ ਸਾਰੇ ਲੋਕ ਹੈ ਉਹ ਆਪਣਾ ਜਿਹੜੇ ਧਾਰਮਿਕ ਜਿਹੜੀ ਜ਼ਿੰਮੇਵਾਰੀ ਹੈ ਜੀ ਉਹ ਨਿਭਾ ਸਕਣ, ਆਪਣੇ ਰੋਜ਼ੇ ਰੱਖ ਸਕਣ ਰਮਜ਼ਾਨ ਤੇ ਜਿਹੜੀ ਈਦ ਹੈ ਉਹ ਆਪਣਾ ਸ਼ਾਂਤਮਈ ਸਿਕਿਉਰ এনवायरमेंट ਦੇ ਵਿੱਚ ਉਹ ਮਨਾ ਸਕਣ। ਸੋ ਜਿਹੜੀ ਇਸ ਗੱਲ ਦੇ ਕਰਕੇ ਭੰਮ ਸਾਹਿਬ ਹੁਣ ਈਜਿਪਟ ਤੇ ਕਤਰ ਉਹ ਵਿੱਚ ਹੁਣ ਨੈਗੋਸੀਏਸ਼ਨਸ ਕਰਵਾ ਰਹੇ ਆ ਤੇ ਹੁਣ ਜਿਹੜਾ ਹਮਾਸ ਨੇ ਆਪਣਾ ਜਵਾਬ ਹੈ ਜਿਹੜਾ ਜੀ ਉਹ ਈਜਿਪਟ ਤੇ ਜਿਹੜੇ ਕਤਰ ਦੇ ਵਿੱਚ ਜਿਹੜੇ ਵਿੱਚ ਵਿਚੋਲਗੀ ਕਰ ਰਹੇ ਆ ਜੀ ਜੀ ਉਹਨਾਂ ਨੂੰ ਆਪਣਾ ਜਵਾਬ ਦੇਣਾ ਹੈ ਤੇ ਉਸ ਤੋਂ ਬਾਅਦ ਫਿਰ ਜਿਹੜੀ ਗੱਲ ਹੈ ਉਹ ਅੱਗੇ ਤੁਰਨੀ ਹੈ। ਬਿਲਕੁਲ, ਕਿਉਂਕਿ ਹੁਣ ਫਲਸਤੀਨ ਦੇ ਵਿੱਚ ਵੀ ਬਹੁਤ ਵੱਡੇ ਪੱਧਰ ਦੇ ਉੱਤੇ ਨੁਕਸਾਨ ਹੋ ਚੁੱਕਿਆ ਹੈ। ਬਹੁਤ ਸਾਰੇ ਨਿਰਦੋਸ਼ ਜਿਹੜੇ ਹੈ ਉਹ ਵੀ ਆਪਣੀ ਜਾਨੋਂ ਜਿਹੜੇ ਹੱਥ ਗਵਾ ਚੁੱਕੇ, ਜਿਹੜੇ ਹੱਥ ਧੋ ਚੁੱਕੇ ਆ ਜੀ ਜੀ। ਤੇ ਹੁਣ ਇਸ ਦੇ ਕਰਕੇ ਭੰਮ ਸਾਹਿਬ ਹੁਣ ਸਾਰੀ ਇੰਟਰਨੈਸ਼ਨਲ ਕਮਿਊਨਿਟੀ ਇੱਕ ਆਵਾਜ਼ ਹੋ ਕੇ ਇਹ ਗੱਲ ਕਹਿ ਰਹੀ ਹੈ ਕਿ ਜਿਹੜਾ ਇਹ ਹੁਣ ਖੂਨ ਡੁੱਲਣਾ ਜਿਹੜਾ ਉੱਥੇ ਇਹ ਬੰਦ ਹੋਣਾ ਚਾਹੀਦਾ ਤੇ ਹੁਣ ਦੋਨਾਂ ਧਿਰਾਂ ਨੂੰ ਜਿਹੜਾ ਆਪਣੇ ਇੱਕ ਗੱਲਬਾਤ ਦੇ ਟੇਬਲ ਦੇ ਉੱਤੇ ਆ ਕੇ ਇਸ ਸਾਰੇ ਕੌਨਫਲਿਕਟ ਨੂੰ ਖਤਮ ਕਰਨਾ ਚਾਹੀਦਾ ਜੀ। ਸੋ ਬਹੁਤ ਬਹੁਤ ਮਿਹਰਬਾਨੀ, ਸ਼ੁਕਰੀਆ ਗਿੱਲ ਸਾਹਿਬ ਤੁਹਾਡਾ ਅੱਜ ਦੇ ਇਸ ਪ੍ਰੋਗਰਾਮ ਨੂੰ ਵਿਸਥਾਰ ਦੇਣ ਦੇ ਲਈ। ਸ਼ੁਕਰੀਆ, ਬਹੁਤ ਸ਼ੁਕਰੀਆ ਜੀ। ਸੋ ਇਸ ਦੇ ਨਾਲ ਹੀ ਪ੍ਰੋਗਰਾਮ ਦੀ ਸਮਾਪਤੀ ਦਾ ਸਮਾਂ ਹੋ ਗਿਆ। ਮੈਨੂੰ ਬਲਦੇਵ ਸਿੰਘ ਭੰਮ ਨੂੰ ਵੀ ਹੁਣ ਦਿਓ ਇਜਾਜ਼ਤ। ਮਿਲਾਂਗੇ ਅਗਲੇ ਐਤਵਾਰ ਫਿਰ ਦ ਸੰਡੇ ਸ਼ੋਅ ਵਿਦ ਲਵਲੀਨ ਗਿੱਲ ਦੇ ਵਿੱਚ ਕੋਈ ਨਵੇਂ ਵਿਸ਼ੇ ਲੈ ਕੇ ਕੋਈ ਨਵੀਆਂ ਗੱਲਾਂ ਬਾਤਾਂ ਤੁਹਾਡੇ ਨਾਲ ਕਰਾਂਗੇ। ਸੋ ਤਦ ਤੱਕ ਲਈ ਦਿਓ ਇਜਾਜ਼ਤ। ਤੁਹਾਡਾ ਸਾਡਾ ਰੱਬ ਰਾਖਾ, ਜਿਉਂਦੇ ਵਸਦੇ ਰਹੋ ਜੀ।